इस वीडियो ਨੂੰ देख रहे सारे सत्कारयोग अध्यापक साथियों ਤੇ प्यारे विद्यार्थियों ਨੂੰ प्यार भरी सत श्री अकाल। ਅੱਗੇ ਆਉਣ ਜਾ ਰਹੀ ਪ੍ਰੀ ਬੋਰਡ ਤੇ ਬੋਰਡ ਪ੍ਰੀਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਕੰਪਿਊਟਰ ਵਿਸ਼ੇ ਦਾ ਕੁਐਸਚਨ ਬੈਂਕ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੀ ਇਹਨਾਂ ਦੋਨਾਂ ਪ੍ਰੀਖਿਆਵਾਂ ਦੀ ਤਿਆਰੀ ਆਸਾਨੀ ਨਾਲ ਕਰ ਸਕਣ। ਸਭ ਤੋਂ ਪਹਿਲਾਂ ਆਪਾਂ ਪੇਪਰ ਦਾ ਪੈਟਰਨ ਦੇਖ ਲੈਂਦੇ ਹਾਂ। ਸਟੂਡੈਂਟਸ, ਤੁਹਾਡੇ ਕੋਲ ਇਸ ਪੇਪਰ ਨੂੰ ਹੱਲ ਕਰਨ ਲਈ ਸਮਾਂ ਹੋਏਗਾ 3 ਘੰਟੇ। 50 ਅੰਕ ਦਾ ਲਿਖਤੀ ਪੇਪਰ ਹੋਏਗਾ, 40 ਅੰਕਾਂ ਦਾ ਤੁਹਾਡਾ ਪ੍ਰੈਕਟੀਕਲ ਲਿਆ ਜਾਏਗਾ, ਬਾਕੀ 10 ਅੰਕ CCE ਦੇ ਹੋਣਗੇ। ਇਸ ਤਰ੍ਹਾਂ ਆਪਣੇ ਕੰਪਿਊਟਰ ਵਿਸ਼ੇ ਦੇ ਕੁੱਲ ਅੰਕ 100 ਬਣ ਜਾਣਗੇ। ਤੁਹਾਡਾ ਪੂਰਾ ਪ੍ਰਸ਼ਨ ਪੱਤਰ ਊੜਾ, ਆੜਾ ਤੇ ਈੜੀ 3 ਭਾਗਾਂ 'ਚ ਵੰਡਿਆ ਹੋਏਗਾ। ਭਾਗ ਊੜਾ ਦੇ ਅੱਗੇ 3 ਭਾਗ ਹੋਣਗੇ। ਪਹਿਲੇ ਭਾਗ 'ਚ 8 ਪ੍ਰਸ਼ਨ ਬਹੁ ਵਿਕਲਪੀ 1-1 ਅੰਕ ਵਾਲੇ, ਦੂਜੇ ਭਾਗ 'ਚ 8 ਪ੍ਰਸ਼ਨ ਖਾਲੀ ਥਾਵਾਂ ਵਾਲੇ 1-1 ਅੰਕ ਦੇ, ਤੇ ਤੀਜੇ ਭਾਗ 'ਚ 9 ਪ੍ਰਸ਼ਨ ਸਹੀ ਗਲਤ, ਪੂਰੇ ਨਾਮ ਜਾਂ ਸ਼ਾਰਟਕਟ ਕੀਜ਼ ਨਾਲ ਸੰਬੰਧਿਤ ਹੋਣਗੇ। ਇਹਨਾਂ ਦਾ ਵੀ 1-1 ਅੰਕ ਹੋਏਗਾ। ਇਸ ਤਰ੍ਹਾਂ ਊੜੇ ਭਾਗ 'ਚ ਕੁੱਲ 25 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਦਾ 1-1 ਅੰਕ ਹੋਏਗਾ। ਇਹ 1-1 ਅੰਕ ਵਾਲੇ ਪ੍ਰਸ਼ਨ ਪਹਿਲੇ, ਚੌਥੇ ਤੇ 5ਵੇਂ ਪਾਠ 'ਚੋਂ 5-5 ਲਏ ਹੋਣਗੇ, ਦੂਜੇ ਤੇ ਤੀਜੇ ਪਾਠ 'ਚੋਂ 2-2 ਤੇ 6ਵੇਂ ਤੇ 7ਵੇਂ ਪਾਠ 'ਚੋਂ 3-3 ਲਏ ਹੋਣਗੇ। ਭਾਗ ਆੜਾ 'ਚ 5 ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ ਦੇ 3-3 ਅੰਕ ਹੋਣਗੇ। 2 ਪ੍ਰਸ਼ਨਾਂ 'ਚ ਅੰਦਰੂਨੀ ਛੋਟ ਵੀ ਦਿੱਤੀ ਜਾਏਗੀ। ਇਹ ਪ੍ਰਸ਼ਨ ਪਹਿਲੇ, ਚੌਥੇ, 5ਵੇਂ, 6ਵੇਂ ਤੇ 7ਵੇਂ ਲੈਸਨ 'ਚੋਂ ਹੋਣਗੇ। ਅੰਦਰੂਨੀ ਛੋਟ ਵਾਲੇ ਪ੍ਰਸ਼ਨ ਪਹਿਲੇ ਤੇ ਚੌਥੇ ਲੈਸਨ 'ਚੋਂ ਲਏ ਜਾਣਗੇ। ਭਾਗ ਈੜੀ 'ਚ 5-5 ਅੰਕਾਂ ਵਾਲੇ 2 ਪ੍ਰਸ਼ਨ ਹੋਣਗੇ ਤੇ ਇਹਨਾਂ ਵਿੱਚ ਅੰਦਰੂਨੀ ਛੋਟ ਵੀ ਦਿੱਤੀ ਜਾਏਗੀ। ਇਹ ਪ੍ਰਸ਼ਨ ਸਿਰਫ ਦੂਜੇ ਤੇ ਤੀਜੇ ਲੈਸਨ 'ਚੋਂ ਲਏ ਜਾਣਗੇ ਤੇ ਅੰਦਰੂਨੀ ਛੋਟ ਵਾਲੇ ਪ੍ਰਸ਼ਨ ਹੈ ਜਿਹੜੇ ਉਹ ਵੀ ਇਹਨਾਂ ਲੈਸਨਾਂ 'ਚੋਂ ਹੀ ਹੋਣਗੇ। ਹੁਣ ਆਪਾਂ ਸਭ ਤੋਂ ਪਹਿਲਾਂ 1 ਅੰਕ ਵਾਲੇ ਪ੍ਰਸ਼ਨ ਡਿਸਕਸ ਕਰ ਲਈਏ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਖਾਲੀ ਥਾਵਾਂ। ਨੰਬਰ 1, ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਟੇਬਲ ਵਿੱਚ ਅਗਲੇ ਸੈੱਲ ਵਿੱਚ ਜਾਣ ਲਈ ਟੈਬ ਕੀ ਦੀ ਵਰਤੋਂ ਕਰਦੇ ਹਾਂ। ਵੱਖ-ਵੱਖ ਸੈੱਲਾਂ ਵਿੱਚ ਪਿੱਛੇ ਜਾਣ ਲਈ ਟੇਬਲ ਵਿੱਚ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਅਗਰ ਅਸੀਂ ਟੇਬਲ ਦੇ ਵਿੱਚ ਕਿਸੇ ਸੈੱਲ ਤੋਂ ਪਿਛਲੇ ਸੈੱਲ ਵਿੱਚ ਜਾਣਾ ਹੋਵੇ ਤਾਂ ਸ਼ਿਫਟ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ। ਟੇਬਲ ਬਟਨ ਡੈਸ਼ ਟੈਬ ਵਿੱਚ ਮੌਜੂਦ ਹੁੰਦਾ ਹੈ ਤਾਂ ਸਟੂਡੈਂਟਸ ਟੇਬਲ ਬਟਨ ਹੈ ਜਿਹੜਾ ਉਹ ਇਨਸਰਟ ਟੈਬ ਦੇ ਵਿੱਚ ਮੌਜੂਦ ਹੁੰਦਾ ਹੈ। ਅਸੀਂ ਟੇਬਲ ਦੀ ਚੌੜਾਈ ਟੇਬਲ ਗਰੁੱਪ ਦੇ ਡੈਸ਼ ਬਟਨ ਨਾਲ ਬਦਲ ਸਕਦੇ ਹਾਂ। ਟੇਬਲ ਗਰੁੱਪ ਦੇ ਵਿੱਚ ਪ੍ਰੋਪਰਟੀਜ਼ ਨਾਮ ਦਾ ਇੱਕ ਬਟਨ ਹੁੰਦਾ ਹੈ ਜਿਸ ਦੀ ਮਦਦ ਨਾਲ ਅਸੀਂ ਟੇਬਲ ਦੀ ਚੌੜਾਈ ਬਦਲ ਸਕਦੇ ਹਾਂ। ਡੈਸ਼ ਵਿੱਚ ਟੈਕਸਟ ਹੁੰਦਾ ਹੈ ਜੋ ਸਾਰੇ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ ਤਾਂ ਮੇਨ ਡਾਕੂਮੈਂਟ ਵਿੱਚ ਉਹ ਟੈਕਸਟ ਹੁੰਦਾ ਹੈ ਜੋ ਸਾਰੇ ਪਤਿਆਂ ਦੇ ਉੱਤੇ ਭੇਜਿਆ ਜਾਂਦਾ ਹੈ। ਡੈਸ਼ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਡਾਟਾ ਸੋਰਸ ਦੇ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਡੈਸ਼ ਡਾਟਾ ਨੂੰ ਸੰਭਾਲਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਟੇਬਲ ਵਿੱਚ ਅਸੀਂ ਡਾਟੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲ ਸਕਦੇ ਹਾਂ। ਇੱਕ ਸੈੱਲ ਨੂੰ ਕਈ ਸੈੱਲਾਂ ਵਿੱਚ ਵੰਡਣ ਨੂੰ ਡੈਸ਼ ਕਿਹਾ ਜਾਂਦਾ ਹੈ। ਇੱਕ ਸੈੱਲ ਨੂੰ ਜਦੋਂ ਅਸੀਂ ਕਈ ਸੈੱਲਾਂ ਵਿੱਚ ਵੰਡਦੇ ਹਾਂ ਤਾਂ ਉਸ ਨੂੰ ਸਪਲਿਟਿੰਗ ਕਿਹਾ ਜਾਂਦਾ ਹੈ। 2 ਜਾਂ 2 ਤੋਂ ਵੱਧ ਸੈੱਲਾਂ ਨੂੰ ਜੋੜ ਕੇ ਇੱਕ ਸੈੱਲ ਬਣਾਉਣ ਨੂੰ ਡੈਸ਼ ਕਿਹਾ ਜਾਂਦਾ ਹੈ। 2 ਜਾਂ 2 ਤੋਂ ਵੱਧ ਸੈੱਲਾਂ ਨੂੰ ਜੋੜ ਕੇ ਜੇਕਰ ਅਸੀਂ ਇੱਕ ਸੈੱਲ ਬਣਾ ਦਈਏ ਤਾਂ ਉਸ ਨੂੰ ਕਹਿੰਦੇ ਹਾਂ ਅਸੀਂ ਮਰਜਿੰਗ। ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਨੂੰ ਡੈਸ਼ ਕਿਹਾ ਜਾਂਦਾ ਹੈ। ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਸ ਨੂੰ ਅਸੀਂ ਕਹਿੰਦੇ ਹਾਂ ਇੰਟਰਨੈਟ। www ਦਾ ਮਤਲਬ ਹੈ ਡੈਸ਼। ਇਸ ਦਾ ਮਤਲਬ ਹੁੰਦਾ ਹੈ ਵਰਲਡ ਵਾਈਡ ਵੈਬ। ਡੈਸ਼ ਦੁਆਰਾ ਆਨਲਾਈਨ ਇੰਟਰਨੈਟ ਤੇ ਗੱਲਬਾਤ ਕੀਤੀ ਜਾਂਦੀ ਹੈ। ਚੈਟਿੰਗ ਰਾਹੀਂ ਅਸੀਂ ਆਨਲਾਈਨ ਇੰਟਰਨੈਟ ਤੇ ਗੱਲਬਾਤ ਕਰ ਸਕਦੇ ਹਾਂ। ਡੈਸ਼ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਈਮੇਲ ਹੈ ਜਿਹੜੀ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਹੈ।
ਡੈਸ਼ ਇੱਕ ਯੰਤਰ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। ਤਾਂ ਮੋਡਮ ਇੱਕ ਅਜਿਹਾ ਯੰਤਰ ਹੁੰਦਾ ਹੈ ਜਿਹੜਾ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜ ਦਿੰਦਾ ਹੈ। ਡੈਸ਼ ਮਾਈਕਰੋਸਾਫਟ ਦੁਆਰਾ ਬਣਾਇਆ ਗਿਆ ਇੱਕ ਬਹੁਤ ਪ੍ਰਸਿੱਧ ਵੈਬ ਬਰਾਊਜ਼ਰ ਹੈ। ਇਹ ਵੈਬ ਬਰਾਊਜ਼ਰ ਹੈ ਇੰਟਰਨੈਟ ਐਕਸਪਲੋਰਰ। ਡੈਸ਼ ਪੇਜਾਂ ਦਾ ਉਹ ਸਮੂਹ ਹੈ ਜੋ ਇੰਟਰਨੈਟ 'ਤੇ ਸਟੋਰ ਹੁੰਦੇ ਹਨ। ਇਹ ਹੈ ਵਰਲਡ ਵਾਈਡ ਵੈਬ। ਡੈਸ਼ ਦਾ ਮਤਲਬ ਹੈ ਇੰਟਰਨੈਟ ਨਾਲ ਨਾ ਜੁੜੇ ਹੋਣਾ। ਤਾਂ ਆਫਲਾਈਨ ਦਾ ਮਤਲਬ ਹੁੰਦਾ ਹੈ ਇੰਟਰਨੈਟ ਨਾਲ ਨਾ ਜੁੜੇ ਹੋਣਾ। ਡੈਸ਼ ਦਾ ਮਤਲਬ ਹੈ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਤਾਂ ਡਾਊਨਲੋਡਿੰਗ ਸਮੇਂ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੁੰਦਾ ਹੈ। ਵੈਬਸਾਈਟ ਦਾ ਜਿਹੜਾ ਪੇਜ ਖੁੱਲ੍ਹਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਵੈਬਸਾਈਟ ਦਾ ਜਿਹੜਾ ਪੇਜ ਖੁੱਲ੍ਹ ਕੇ ਸਾਡੇ ਸਾਹਮਣੇ ਆਉਂਦਾ ਹੈ ਉਸ ਨੂੰ ਅਸੀਂ ਹੋਮ ਪੇਜ ਕਹਿੰਦੇ ਹਾਂ। ਡੈਸ਼ ਦਾ ਮਤਲਬ ਹੈ ਇੰਟਰਨੈਟ ਨਾਲ ਜੁੜੇ ਹੋਣਾ। ਆਨਲਾਈਨ ਦਾ ਮਤਲਬ ਹੁੰਦਾ ਹੈ ਇੰਟਰਨੈਟ ਨਾਲ ਜੁੜੇ ਹੋਣਾ। ਡੈਸ਼ ਦਾ ਅਰਥ ਹੈ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ 'ਤੇ ਜਾਣਾ। ਸਰਫਿੰਗ ਦਾ ਅਰਥ ਹੁੰਦਾ ਹੈ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ 'ਤੇ ਜਾਣਾ। ਡੈਸ਼ ਇੱਕ ਤਰ੍ਹਾਂ ਦਾ ਇਲੈਕਟ੍ਰੋਨਿਕ ਕਮਰਸ ਹੈ ਜੋ ਉਪਭੋਗਤਾ ਨੂੰ ਸਿੱਧਾ ਹੀ ਇੰਟਰਨੈਟ ਤੋਂ ਚੀਜ਼ਾਂ ਦੀ ਖਰੀਦਦਾਰੀ ਕਰਨ ਦੀ ਆਗਿਆ ਦਿੰਦਾ ਹੈ। ਈ ਕਮਰਸ ਦੇ ਰਾਹੀਂ ਅਸੀਂ ਸਿੱਧਾ ਹੀ ਇੰਟਰਨੈਟ 'ਤੇ ਚੀਜ਼ਾਂ ਦੀ ਖਰੀਦਦਾਰੀ ਕਰ ਸਕਦੇ ਹਾਂ। ਹਰੇਕ ਵੈਬਸਾਈਟ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ। ਹਰੇਕ ਵੈਬਸਾਈਟ ਦਾ ਜਿਹੜਾ ਵੱਖਰਾ ਐਡਰੈਸ ਹੁੰਦਾ ਉਸ ਨੂੰ ਅਸੀਂ URL ਕਹਿੰਦੇ ਹਾਂ। ਡੈਸ਼ ਦੀ ਵਰਤੋਂ ਵੈਬਸਾਈਟ ਤੋਂ ਸੂਚਨਾ ਲੱਭਣ ਲਈ ਕੀਤੀ ਜਾਂਦੀ ਹੈ। ਕਿਸੇ ਵੀ ਸਰਚ ਇੰਜਨ ਦੀ ਵਰਤੋਂ ਅਸੀਂ ਇੰਟਰਨੈਟ ਤੋਂ ਸੂਚਨਾ ਲੱਭਣ ਲਈ ਕਰਦੇ ਹਾਂ। ਉਹ ਸਿਸਟਮ ਜਿਸ ਵਿੱਚ ਗ੍ਰਾਹਕ ਆਪਣੇ ਅਕਾਊਂਟ ਦੀ ਡਿਟੇਲ ਆਨਲਾਈਨ ਦੇਖ ਸਕਦੇ ਨੇ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਨੈੱਟ ਬੈਂਕਿੰਗ ਰਾਹੀਂ ਗ੍ਰਾਹਕ ਆਪਣੇ ਅਕਾਊਂਟ ਦੀ ਡਿਟੇਲ ਹੈ ਜਿਹੜੀ ਆਨਲਾਈਨ ਦੇਖ ਸਕਦੇ ਆ। ਡੈਸ਼ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ। ਇਹਨਾਂ ਵਿੱਚੋਂ ਪਾਵਰ ਪੁਆਇੰਟ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ। ਪਾਵਰ ਪੁਆਇੰਟ ਦੇ ਡੈਸ਼ ਵਿਊ ਹੁੰਦੇ ਨੇ। ਪਾਵਰ ਪੁਆਇੰਟ ਦੇ 5 ਵਿਊ ਹੁੰਦੇ ਨੇ। ਡੈਸ਼ ਵਿਊ ਵਿੱਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਵਿੱਚ ਕਾਂਟ ਛਾਂਟ ਨਹੀਂ ਕਰ ਸਕਦੇ। ਸਲਾਈਡ ਸ਼ਾਟ ਰਿਵਿਊ ਵਿੱਚ ਅਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ ਛਾਂਟ ਨਹੀਂ ਕਰ ਸਕਦੇ, ਯਾਨੀ ਕਿ ਉਸ ਨੂੰ ਐਡਿਟ ਨਹੀਂ ਕਰ ਸਕਦੇ। ਪ੍ਰੈਜੈਂਟੇਸ਼ਨ ਡੈਸ਼ ਤਰੀਕਿਆਂ ਨਾਲ ਬਣਾਈਆਂ ਜਾ ਸਕਦੀਆਂ ਹਨ। ਪਾਵਰ ਪੁਆਇੰਟ ਵਿੱਚ ਪ੍ਰੈਜੈਂਟੇਸ਼ਨ 6 ਤਰੀਕਿਆਂ ਨਾਲ ਬਣਾਈ ਜਾ ਸਕਦੀ ਹੈ। ਸਮਾਰਟ ਆਰਟ ਦੀਆਂ ਡੈਸ਼ ਕੈਟੇਗਰੀਆਂ ਹੁੰਦੀਆਂ ਹਨ। ਸਮਾਰਟ ਆਰਟ ਦੀਆਂ 8 ਕੈਟੇਗਰੀਆਂ ਹੁੰਦੀਆਂ ਨੇ। ਡੈਸ਼ ਆਬਜੈਕਟ ਨੂੰ ਗਤੀਮਾਨ ਕਰਦੀ ਹੈ। ਇਹ ਹੈ ਐਨੀਮੇਸ਼ਨ ਜਿਸ ਨਾਲ ਅਸੀਂ ਆਬਜੈਕਟਸ ਨੂੰ ਗਤੀਮਾਨ ਕਰ ਸਕਦੇ ਹਾਂ। ਪਾਵਰ ਪੁਆਇੰਟ ਵਿੰਡੋ ਦੇ ਉੱਪਰਲੇ ਪਾਸੇ ਡੈਸ਼ ਬਾਰ ਹੁੰਦੀ ਹੈ। ਪਾਵਰ ਪੁਆਇੰਟ ਵਿੰਡੋ ਦੇ ਉੱਪਰਲੇ ਪਾਸੇ ਟਾਈਟਲ ਬਾਰ ਹੁੰਦੀ ਹੈ। ਸਲਾਈਡ ਸ਼ੋ ਦੇਖਣ ਲਈ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਸਲਾਈਡ ਸ਼ੋ ਦੇਖਣ ਲਈ ਅਸੀਂ F5 ਕੀ ਦਬਾ ਸਕਦੇ ਹਾਂ। ਡੈਸ਼ ਪਹਿਲਾਂ ਤੋਂ ਬਣੇ ਬਣਾਏ ਵਿਜ਼ੂਅਲ ਇਫੈਕਟਸ ਹੁੰਦੇ ਨੇ। ਟ੍ਰਾਂਜੀਸ਼ਨ ਪਹਿਲਾਂ ਤੋਂ ਬਣੇ ਬਣਾਏ ਵਿਜ਼ੂਅਲ ਇਫੈਕਟਸ ਹੁੰਦੇ ਨੇ। ਡੈਸ਼ ਕੀ ਦੀ ਵਰਤੋਂ ਸਲਾਈਡ ਸ਼ੋ ਤੋਂ ਬਾਹਰ ਆਉਣ ਲਈ ਕੀਤੀ ਜਾਂਦੀ ਹੈ। ਐਸਕੇਪ ਦਬਾ ਕੇ ਅਸੀਂ ਸਲਾਈਡ ਸ਼ੋ ਤੋਂ ਬਾਹਰ ਆ ਸਕਦੇ ਹਾਂ। ਡੈਸ਼ ਰਾਹੀਂ ਡਾਟਾ ਨੂੰ ਗ੍ਰਾਫਿਕਲ ਤਰੀਕੇ ਨਾਲ ਦਿਖਾ ਸਕਦੇ ਹਾਂ। ਸਮਾਰਟ ਆਰਟ ਦੀ ਮਦਦ ਨਾਲ ਅਸੀਂ ਡਾਟੇ ਨੂੰ ਗ੍ਰਾਫਿਕਲ ਤਰੀਕੇ ਨਾਲ ਦਿਖਾ ਸਕਦੇ ਹਾਂ। ਡੈਸ਼ ਇੱਕ ਗੈਲਰੀ ਹੈ ਜਿਸ ਵਿੱਚ ਸ਼ਬਦ ਲਿਖਣ ਦੇ ਵੱਖ-ਵੱਖ ਸਟਾਈਲ ਦਿਖਾਏ ਜਾਂਦੇ ਹਨ। ਤਾਂ ਵਰਡ ਆਰਟ ਇੱਕ ਅਜਿਹੀ ਗੈਲਰੀ ਹੈ ਜਿਸ ਵਿੱਚ ਸ਼ਬਦ ਲਿਖਣ ਦੇ ਅਲੱਗ-ਅਲੱਗ ਸਟਾਈਲ ਦਿਖਾਏ ਗਏ ਹੁੰਦੇ ਨੇ। ਅਸੀਂ ਇਹਨਾਂ ਵਿੱਚੋਂ ਕੋਈ ਵੀ ਚੂਜ਼ ਕਰ ਸਕਦੇ ਹਾਂ। ਡੈਸ਼ ਇੱਕ ਪਿਕਚਰ ਗੈਲਰੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਿੱਪਸ ਹੁੰਦੇ ਹਨ। ਕਲਿੱਪ ਆਰਟ ਇੱਕ ਪਿਕਚਰ ਗੈਲਰੀ ਹੁੰਦੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਿੱਪਸ ਪਏ ਹੁੰਦੇ ਨੇ। ਗ੍ਰੇਡੀਐਂਟ ਆਪਸ਼ਨ ਡੈਸ਼ ਡਾਇਲੌਗ ਬਾਕਸ ਵਿੱਚ ਹੁੰਦੀ ਹੈ। ਗ੍ਰੇਡੀਐਂਟ ਆਪਸ਼ਨ ਜਿਹੜੀ ਕਿਹੜੇ ਡਾਇਲੌਗ ਬਾਕਸ 'ਚ ਹੁੰਦੀ ਹੈ? ਫਾਰਮੈਟ ਬੈਕਗਰਾਉਂਡ ਵਿੱਚ।
ਵੀਡੀਓ ਨੂੰ ਡੈਸ਼ ਤਰੀਕਿਆਂ ਨਾਲ ਦਾਖਲ ਕੀਤਾ ਜਾ ਸਕਦਾ ਹੈ। ਵੀਡੀਓ ਨੂੰ ਅਸੀਂ ਪਾਵਰ ਪੁਆਇੰਟ ਦੀ ਸਲਾਈਡ ਵਿੱਚ 3 ਤਰੀਕਿਆਂ ਨਾਲ ਦਾਖਲ ਕਰ ਸਕਦੇ ਹਾਂ। ਕਲਿੱਪ ਆਰਟ ਵੀਡੀਓ, ਵੀਡੀਓ ਫਰੋਮ ਵੈਬਸਾਈਟ ਅਤੇ ਡੈਸ਼ 3 ਤਰੀਕੇ ਹਨ ਜਿਸ ਨਾਲ ਵੀਡੀਓ ਦਾਖਲ ਕੀਤੀ ਜਾ ਸਕਦੀ ਹੈ। ਤੀਸਰਾ ਤਰੀਕਾ ਹੈ ਵੀਡੀਓ ਫਰੋਮ ਫਾਈਲ। ਵਰਡ ਡਾਕੂਮੈਂਟ, ਬਿਟਮੈਪ ਅਤੇ ਵਰਕਸ਼ੀਟ ਨੂੰ ਡੈਸ਼ ਆਪਸ਼ਨ ਨਾਲ ਦਾਖਲ ਕੀਤਾ ਜਾ ਸਕਦਾ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਇਨਸਰਟ ਟੈਬ ਦੇ ਜ਼ਰੀਏ ਦਾਖਲ ਕਰ ਸਕਦੇ ਹਾਂ। ਬੈਕਗਰਾਊਂਡ ਸਟਾਈਲ ਬਟਨ ਡੈਸ਼ ਰਿਬਨ ਤੇ ਉਪਲਬਧ ਹੁੰਦਾ ਹੈ। ਬੈਕਗਰਾਊਂਡ ਸਟਾਈਲ ਬਟਨ ਕਿੱਥੇ ਉਪਲਬਧ ਹੁੰਦਾ ਹੈ? ਡਿਜ਼ਾਈਨ ਰਿਬਨ ਤੇ। ਪ੍ਰੈਜੈਂਟੇਸ਼ਨ ਵਿੱਚ ਵੀਡੀਓ ਇਨਸਰਟ ਕਰਨ ਦੇ ਡੈਸ਼ ਤਰੀਕੇ ਹਨ। ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ 3 ਤਰੀਕਿਆਂ ਨਾਲ ਵੀਡੀਓ ਇਨਸਰਟ ਕਰ ਸਕਦੇ ਹਾਂ। ਵੀਡੀਓ ਇਨਸਰਟ ਕਰਨ ਦਾ ਆਪਸ਼ਨ ਡੈਸ਼ ਰਿਬਨ ਵਿੱਚ ਹੁੰਦਾ ਹੈ। ਵੀਡੀਓ ਇਨਸਰਟ ਕਰਨ ਦਾ ਆਪਸ਼ਨ ਹੈ ਜਿਹੜਾ ਇਨਸਰਟ ਰਿਬਨ 'ਚ ਹੁੰਦਾ ਹੈ। ਤਸਵੀਰ ਦਾਖਲ ਕਰਨ ਵਾਸਤੇ ਇਨਸਰਟ ਟੈਬ ਦੇ ਇਮੇਜ ਗਰੁੱਪ ਵਿੱਚ ਡੈਸ਼ ਆਪਸ਼ਨ ਤੇ ਕਲਿੱਕ ਕਰੋ। ਕਿਹੜੇ ਆਪਸ਼ਨ ਤੇ? ਪਿਕਚਰ ਆਪਸ਼ਨ ਤੇ। ਵਰਕਸ਼ੀਟਾਂ ਦੇ ਸਮੂਹ ਨੂੰ ਡੈਸ਼ ਕਿਹਾ ਜਾਂਦਾ ਹੈ। ਵਰਕਸ਼ੀਟਾਂ ਦੇ ਸਮੂਹ ਨੂੰ ਅਸੀਂ ਵਰਕਬੁੱਕ ਕਹਿੰਦੇ ਹਾਂ। ਸਟੇਟਸ ਬਾਰ ਐਕਸਲ ਵਿੰਡੋ ਦੇ ਡੈਸ਼ ਨਜ਼ਰ ਆਉਂਦੀ ਹੈ। ਸਟੇਟਸ ਬਾਰ ਐਕਸਲ ਵਿੰਡੋ ਦੇ ਕਿੱਥੇ ਹੁੰਦੀ ਹੈ? ਹੇਠਲੇ ਪਾਸੇ। ਨੇਮ ਬਾਕਸ ਦੀ ਵਰਤੋਂ ਕਰਕੇ ਅਸੀਂ ਕਿਸੇ ਖਾਸ ਡੈਸ਼ ਤੇ ਜਾ ਸਕਦੇ ਹਾਂ। ਨੇਮ ਬਾਕਸ ਦੀ ਵਰਤੋਂ ਕਰਕੇ ਅਸੀਂ ਕਿਸੇ ਖਾਸ ਸੈੱਲ ਤੇ ਜਾ ਸਕਦੇ ਹਾਂ। ਵਰਕਸ਼ੀਟ ਵਿੱਚ ਡੈਸ਼ ਅਤੇ ਡੈਸ਼ ਹੁੰਦੇ ਹਨ। ਵਰਕਸ਼ੀਟ ਵਿੱਚ ਕੀ ਹੁੰਦਾ ਹੈ? ਰੋ ਅਤੇ ਕਾਲਮ ਹੁੰਦੇ ਨੇ। ਜਿਸ ਸੈੱਲ ਵਿੱਚ ਅਸੀਂ ਕੰਮ ਕਰਦੇ ਹਾਂ ਨੂੰ ਡੈਸ਼ ਕਹਿੰਦੇ ਹਨ। ਜਿਸ ਸੈੱਲ ਵਿੱਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਉਸ ਨੂੰ ਅਸੀਂ ਐਕਟਿਵ ਸੈੱਲ ਕਹਿੰਦੇ ਹਾਂ। ਐਕਸਲ ਬੰਦ ਕਰਨ ਤੋਂ ਪਹਿਲਾਂ ਹਮੇਸ਼ਾ ਆਪਣੀ ਡੈਸ਼ ਨੂੰ ਸੇਵ ਕਰੋ। ਕਿਸ ਚੀਜ਼ ਨੂੰ ਸੇਵ ਕਰਨਾ ਚਾਹੀਦਾ? ਐਕਸਲ ਬੰਦ ਕਰਨ ਤੋਂ ਪਹਿਲਾਂ ਆਪਣੀ ਫਾਈਲ ਨੂੰ ਸੇਵ ਕਰਨਾ ਚਾਹੀਦਾ ਹੈ। ਇੱਕ ਵਰਕਸ਼ੀਟ ਵਿੱਚ ਵੱਧ ਤੋਂ ਵੱਧ ਡੈਸ਼ ਰੋਜ਼ ਹੁੰਦੀਆਂ ਹਨ। ਇੱਕ ਵਰਕਸ਼ੀਟ ਵਿੱਚ ਵੱਧ ਤੋਂ ਵੱਧ 10,48,576 ਰੋਜ਼ ਹੁੰਦੀਆਂ ਨੇ। ਐਕਸਲ ਵਿੱਚ ਹਰ ਇੱਕ ਡੈਸ਼ ਦਾ ਵੱਖਰਾ ਐਡਰੈਸ ਹੁੰਦਾ ਹੈ। ਐਕਸਲ ਵਿੱਚ ਹਰੇਕ ਸੈੱਲ ਦਾ ਵੱਖਰਾ ਐਡਰੈਸ ਹੁੰਦਾ ਹੈ। ਡੈਸ਼ ਬਿਟਸ ਦੇ ਸਮੂਹ ਨੂੰ ਵਾਈਟ ਕਿਹਾ ਜਾਂਦਾ ਹੈ। 8 ਬਿਟਸ ਦੇ ਸਮੂਹ ਨੂੰ ਅਸੀਂ ਵਾਈਟ ਕਹਿੰਦੇ ਹਾਂ। ਮੈਮਰੀ ਨੂੰ ਮੁੱਖ ਤੌਰ ਤੇ ਡੈਸ਼ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੈਮਰੀ ਨੂੰ ਮੁੱਖ ਤੌਰ ਤੇ ਅਸੀਂ 2 ਸ਼੍ਰੇਣੀਆਂ 'ਚ ਵੰਡਦੇ ਹਾਂ, ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਰੋਮ ਦਾ ਪੂਰਾ ਨਾਮ ਡੈਸ਼ ਹੈ। ਰੋਮ ਦਾ ਪੂਰਾ ਨਾਮ ਕੀ ਹੈ? ਰੀਡ ਓਨਲੀ ਮੈਮਰੀ। ਰੈਮ ਦਾ ਪੂਰਾ ਨਾਮ ਡੈਸ਼ ਹੈ। ਰੈਮ ਦਾ ਪੂਰਾ ਨਾਮ ਕੀ ਹੈ? ਰੈਂਡਮ ਐਕਸੈਸ ਮੈਮਰੀ। ਕੰਪਿਊਟਰ ਦੀਆਂ ਕੁੱਲ ਡੈਸ਼ ਜਨਰੇਸ਼ਨਸ ਹਨ। ਤਾਂ ਕੰਪਿਊਟਰ ਦੀਆਂ ਕੁੱਲ ਜਨਰੇਸ਼ਨਸ ਨੇ 5। ਆਓ ਹੁਣ ਆਪਾਂ ਦੇਖਦੇ ਹਾਂ ਸਹੀ ਗਲਤ। ਨੰਬਰ 1, ਸ਼ਿਫਟ ਟੈਬ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ। ਸ਼ਿਫਟ ਟੈਬ ਨਾਲ ਅਗਲੇ ਸੈੱਲ ਵਿੱਚ ਨਹੀਂ ਬਲਕਿ ਪਿਛਲੇ ਸੈੱਲ ਵਿੱਚ ਜਾਇਆ ਜਾਂਦਾ ਹੈ, ਇਸ ਲਈ ਇਹ ਗਲਤ ਹੈ। ਰੋ ਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ। ਬਿਲਕੁਲ ਸਹੀ। ਜਿੱਥੇ ਇੱਕ ਰੋ ਇੱਕ ਕਾਲਮ ਨੂੰ ਕੱਟਦੀ ਹੈ ਉਸ ਖੇਤਰ ਨੂੰ ਅਸੀਂ ਸੈੱਲ ਕਹਿੰਦੇ ਹਾਂ। ਡਾਟਾ ਸੋਰਸ ਵਰਡ ਦਾ ਉਹ ਡਾਕੂਮੈਂਟ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ। ਇੱਥੇ ਸਹੀ ਲਿਖਿਆ ਹੋਇਆ ਹੈ ਪਰ ਸਟੂਡੈਂਟਸ ਇਸ ਨੂੰ ਗਲਤ ਮੰਨੋ, ਕਿਉਂਕਿ ਡਾਟਾ ਸੋਰਸ ਵਿੱਚ ਉਹ ਪਤੇ ਹੁੰਦੇ ਹੈ ਜਿਨ੍ਹਾਂ ਦੇ ਉੱਤੇ ਸੂਚਨਾ ਭੇਜੀ ਜਾਂਦੀ ਹੈ। ਉਹ ਮੁੱਖ ਡਾਕੂਮੈਂਟ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ। ਇਸ ਲਈ ਇਸ ਨੂੰ ਇੱਥੇ ਗਲਤ ਮੰਨਣਾ। ਸਪਲਿਟ ਸੈੱਲ ਆਪਸ਼ਨ ਟੇਬਲ ਗਰੁੱਪ ਵਿੱਚ ਹੁੰਦੀ ਹੈ। ਬਿਲਕੁਲ ਸਹੀ ਹੈ ਜੀ। ਸਪਲਿਟ ਸੈੱਲ ਆਪਸ਼ਨ ਟੇਬਲ ਗਰੁੱਪ ਦੇ ਵਿੱਚ ਉਪਲਬਧ ਹੁੰਦੀ ਹੈ। ਟੇਬਲ ਵਿੱਚ ਸੈੱਲਾਂ ਨੂੰ ਮਰਜ ਨਹੀਂ ਕੀਤਾ ਜਾ ਸਕਦਾ। ਬਿਲਕੁਲ ਗਲਤ। ਟੇਬਲ ਵਿੱਚ ਅਸੀਂ ਜਦ ਚਾਹੀਏ ਸੈੱਲਾਂ ਨੂੰ ਮਰਜ ਕਰ ਸਕਦੇ ਹਾਂ। ਡਾਟਾ ਸੋਰਸ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਬਿਲਕੁਲ ਸਹੀ ਹੈ ਜੀ। ਡਾਟਾ ਸੋਰਸ ਦੇ ਵਿੱਚ
ਮੇਲਿੰਗ ਲਿਸਟ ਯਾਨੀ ਕਿ ਪਤਿਆਂ ਦੀ ਲਿਸਟ ਹੁੰਦੀ ਹੈ। ਮੇਲ ਮਰਜ ਆਮ ਤੌਰ ਤੇ ਇੱਕੋ ਜਿਹੀ ਜਾਣਕਾਰੀ ਵੱਖ-ਵੱਖ ਪਤਿਆਂ ਤੇ ਭੇਜਣ ਲਈ ਵਰਤਿਆ ਜਾਂਦਾ ਹੈ। ਬਿਲਕੁਲ ਸਹੀ ਹੈ ਜੀ। ਮੇਲ ਮਰਜ ਦੀ ਮਦਦ ਨਾਲ ਅਸੀਂ ਵੱਖ-ਵੱਖ ਪਤਿਆਂ ਤੇ ਇੱਕੋ ਜਿਹੀ ਜਾਣਕਾਰੀ ਭੇਜ ਸਕਦੇ ਹਾਂ। ਵੈਬਸਾਈਟਾਂ ਦੇ ਸਮੂਹ ਨੂੰ ਵੈਬ ਪੇਜ ਕਿਹਾ ਜਾਂਦਾ ਹੈ। ਬਿਲਕੁਲ ਗਲਤ ਹੈ ਜੀ। ਇੱਥੇ ਉਲਟ ਕਿਹਾ ਗਿਆ ਹੈ। ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਹਿੰਦੇ ਆ, ਨਾ ਕਿ ਵੈਬਸਾਈਟਾਂ ਦੇ ਸਮੂਹ ਨੂੰ ਵੈਬ ਪੇਜ। ਇੰਟਰਨੈਟ ਐਕਸਪਲੋਰਰ ਇੱਕ ਆਪਰੇਟਿੰਗ ਸਿਸਟਮ ਦਾ ਨਾਮ ਹੈ। ਇਹ ਵੀ ਬਿਲਕੁਲ ਗਲਤ ਹੈ ਜੀ। ਇੰਟਰਨੈਟ ਐਕਸਪਲੋਰਰ ਇੱਕ ਵੈਬ ਬਰਾਊਜ਼ਰ ਹੈ, ਨਾ ਕਿ ਆਪਰੇਟਿੰਗ ਸਿਸਟਮ। ਫੇਸਬੁੱਕ ਇੱਕ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਸਾਈਟ ਹੈ। ਇਹ ਬਿਲਕੁਲ ਸਹੀ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਫੇਸਬੁੱਕ ਹੈ ਜਿਹੜੀ ਇਹ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਸਾਈਟ ਹੈ। ਇੰਟਰਨੈਟ ਕੰਪਿਊਟਰ ਨੈਟਵਰਕ ਦੁਆਰਾ ਸੰਚਾਰ ਕਰਦੇ ਹਨ। ਬਿਲਕੁਲ ਸਹੀ। ਇੰਟਰਨੈਟ ਨਾਲ ਜੁੜੇ ਹੋਏ ਕੰਪਿਊਟਰ ਵੱਖ-ਵੱਖ ਨੈਟਵਰਕਾਂ ਰਾਹੀਂ ਸੰਚਾਰ ਕਰਦੇ ਆ। ਵੈਬਸਾਈਟ ਇੱਕ ਸੌਫਟਵੇਅਰ ਹੈ ਜੋ ਵੈਬ ਤੋਂ ਸੂਚਨਾ ਦੇਖਣ ਲਈ ਵਰਤਿਆ ਜਾਂਦਾ ਹੈ। ਬਿਲਕੁਲ ਗਲਤ ਹੈ ਜੀ। ਉਹ ਸੌਫਟਵੇਅਰ ਵੈਬ ਬਰਾਊਜ਼ਰ ਹੁੰਦਾ ਹੈ ਜੋ ਵੈਬ ਤੋਂ ਸੂਚਨਾ ਦੇਖਣ ਲਈ ਵਰਤਿਆ ਜਾਂਦਾ ਹੈ। ਈਮੇਲ ਰਾਹੀਂ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸੂਚਨਾ ਭੇਜ ਸਕਦੇ ਹਾਂ। ਬਿਲਕੁਲ ਸਹੀ। ਈਮੇਲ ਰਾਹੀਂ ਅਸੀਂ ਆਸਾਨੀ ਨਾਲ ਤੇ ਬੜੀ ਤੇਜ਼ੀ ਨਾਲ ਸੂਚਨਾ ਦੁਨੀਆ ਦੇ ਕਿਸੇ ਵੀ ਕੋਨੇ ਤੇ ਭੇਜ ਸਕਦੇ ਹਾਂ। ਕਿਸੇ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ। ਬਿਲਕੁਲ ਸਹੀ ਹੈ ਸਟੂਡੈਂਟਸ। ਅਸੀਂ ਕਿਸੇ ਵੀ ਯੂਨੀਵਰਸਿਟੀ ਜਾਂ ਬੋਰਡ ਦਾ ਰਿਜ਼ਲਟ ਹੈ ਜਿਹੜਾ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਆਨਲਾਈਨ ਦੇਖ ਸਕਦੇ ਹਾਂ। ਅਸੀਂ ਜੇਕਰ ਆਫਲਾਈਨ ਹਾਂ ਤਾਂ ਵੀ ਵੈਬ ਸਰਫਿੰਗ ਕਰ ਸਕਦੇ ਹਾਂ। ਇਹ ਬਿਲਕੁਲ ਗਲਤ ਹੈ, ਕਿਉਂਕਿ ਵੈਬ ਸਰਫਿੰਗ ਸਿਰਫ ਆਨਲਾਈਨ ਹੋ ਕੇ ਹੀ ਕੀਤੀ ਜਾ ਸਕਦੀ ਹੈ। ਇੱਕ ਵੈਬਸਾਈਟ ਵਿੱਚ ਇੱਕ ਹੀ ਵੈਬ ਪੇਜ ਹੁੰਦਾ ਹੈ। ਇਹ ਗਲਤ ਹੈ ਜੀ, ਕਿਉਂਕਿ ਇੱਕ ਵੈਬਸਾਈਟ ਵਿੱਚ ਕਿੰਨੇ ਵੀ ਪੇਜ ਹੋ ਸਕਦੇ ਨੇ। ਵੈਬ ਸਰਚ ਨਾਲ ਅਸੀਂ ਵੈਬ ਪੇਜਾਂ ਨੂੰ ਦੇਖ ਸਕਦੇ ਹਾਂ। ਬਿਲਕੁਲ ਸਹੀ ਹੈ ਜੀ। ਵੈਬ ਸਰਚਿੰਗ ਦੇ ਜ਼ਰੀਏ ਅਸੀਂ ਵੈਬ ਪੇਜ ਦੇਖ ਸਕਦੇ ਹਾਂ। ਹਰੇਕ ਵੈਬਸਾਈਟ ਦਾ ਇੱਕ ਵੱਖਰਾ ਵੈਬਸਾਈਟ ਐਡਰੈਸ ਹੁੰਦਾ ਹੈ। ਬਿਲਕੁਲ ਸਹੀ ਹੈ ਜੀ। ਹਰੇਕ ਵੈਬਸਾਈਟ ਦਾ ਇੱਕ ਵੱਖਰਾ ਐਡਰੈਸ ਹੁੰਦਾ ਹੈ ਜਿਸ ਨੂੰ ਅਸੀਂ URL ਕਹਿੰਦੇ ਹਾਂ। ਉਹ ਸੌਫਟਵੇਅਰ ਜਿਸ ਰਾਹੀਂ ਅਸੀਂ ਵੈਬ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਉਸ ਨੂੰ ਵੈਬਸਾਈਟ ਕਿਹਾ ਜਾਂਦਾ ਹੈ। ਗਲਤ ਹੈ ਜੀ। ਉਸ ਨੂੰ ਵੈਬ ਬਰਾਊਜ਼ਰ ਕਹਿੰਦੇ ਨੇ। ਮਾਡਮ ਦਾ ਪੂਰਾ ਨਾਮ ਮਾਡੂਲੇਟਰ ਡੀਮਾਡੂਲੇਟਰ ਹੁੰਦਾ ਹੈ। ਇਹ ਬਿਲਕੁਲ ਸਹੀ ਹੈ। ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਿਹਾ ਜਾਂਦਾ ਹੈ ਜੋ ਇੱਕੋ ਹੀ ਡੋਮੇਨ ਨੇਮ ਵਰਤਦੇ ਹਨ। ਬਿਲਕੁਲ ਸਹੀ। ਪਾਵਰਪੁਆਇੰਟ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਹ ਵੀ ਬਿਲਕੁਲ ਸਹੀ ਹੈ ਜੀ। ਪ੍ਰੈਜੈਂਟੇਸ਼ਨ ਕਈ ਸਲਾਈਡਾਂ ਨੂੰ ਮਿਲਾ ਕੇ ਬਣਦੀ ਹੈ। ਬਿਲਕੁਲ ਸਹੀ। ਇੱਕ ਪ੍ਰੈਜੈਂਟੇਸ਼ਨ ਵਿੱਚ ਕਈ ਸਲਾਈਡਾਂ ਹੋ ਸਕਦੀਆਂ ਨੇ। Ctrl+M ਦੀ ਵਰਤੋਂ ਨਵੀਂ ਸਲਾਈਡ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਬਿਲਕੁਲ ਸਹੀ ਹੈ ਜੀ। Ctrl+M ਦੀ ਵਰਤੋਂ ਕਰਕੇ ਅਸੀਂ ਪਾਵਰਪੁਆਇੰਟ ਵਿੱਚ ਨਵੀਂ ਸਲਾਈਡ ਦਾਖਲ ਕਰ ਸਕਦੇ ਹਾਂ। ਪ੍ਰੈਜੈਂਟੇਸ਼ਨ ਵਿੱਚ ਟੈਕਸਟ, ਗ੍ਰਾਫਿਕ, ਆਡੀਓ ਅਤੇ ਵੀਡੀਓ ਹੋ ਸਕਦੇ ਹਨ। ਬਿਲਕੁਲ ਸਹੀ। ਪਾਵਰਪੁਆਇੰਟ ਦਾ ਪਹਿਲਾ ਨਾਮ ਪ੍ਰੈਜੈਂਟਰ ਰੱਖਿਆ ਗਿਆ ਸੀ। ਇਹ ਵੀ ਸਹੀ ਹੈ ਜੀ। ਪਾਵਰਪੁਆਇੰਟ ਨੂੰ ਸ਼ੁਰੂ ਵਿੱਚ ਪ੍ਰੈਜੈਂਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। F5 ਬਟਨ ਦੀ ਵਰਤੋਂ ਸਲਾਈਡ ਸ਼ੋਅ ਦੇਖਣ ਲਈ ਕੀਤੀ ਜਾਂਦੀ ਹੈ। ਬਿਲਕੁਲ ਸਹੀ ਹੈ। ਜਦੋਂ ਅਸੀਂ ਸਲਾਈਡ ਸ਼ੋਅ ਦੇਖਣਾ ਹੁੰਦਾ ਹੈ ਤਾਂ ਅਸੀਂ ਕੀਬੋਰਡ ਤੋਂ F5 ਕੀ ਦਬਾਉਂਦੇ ਹਾਂ। ਥੀਮਸ ਪਹਿਲਾਂ ਤੋਂ ਹੀ ਪਰਿਭਾਸ਼ਿਤ ਬੈਕਗ੍ਰਾਉਂਡ ਡਿਜ਼ਾਈਨ, ਟੈਕਸਟ ਸਟਾਈਲ ਤੇ ਕਲਰ ਹੁੰਦੇ ਨੇ। ਬਿਲਕੁਲ ਸਹੀ। ਥੀਮਸ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਬਣਾਏ ਡਿਜ਼ਾਈਨ, ਟੈਕਸਟ ਸਟਾਈਲ ਆਦਿ ਹੁੰਦੇ ਨੇ। ਪਾਵਰਪੁਆਇੰਟ ਵਿੱਚ ਵੱਖ-ਵੱਖ ਤਰ੍ਹਾਂ ਦੇ ਆਬਜੈਕਟ ਦਾਖਲ ਨਹੀਂ ਹੁੰਦੇ। ਬਿਲਕੁਲ ਗਲਤ, ਕਿਉਂਕਿ ਪਾਵਰਪੁਆਇੰਟ ਦੇ ਵਿੱਚ ਅਸੀਂ ਬਿਟਮੈਪ, ਵਰਕਸ਼ੀਟਸ ਵਗੈਰਾ ਅਨੇਕਾਂ ਕਿਸਮ ਦੇ ਆਬਜੈਕਟਸ ਨੂੰ ਦਾਖਲ ਕਰ ਸਕਦੇ ਹਾਂ। ਕਲਰ ਸਕੀਮ ਸਲਾਈਡਾਂ 'ਤੇ ਲਾਗੂ ਨਹੀਂ ਹੁੰਦੀ। ਗਲਤ ਹੈ ਜੀ, ਕਿਉਂਕਿ ਕਲਰ ਸਕੀਮ ਨੂੰ ਅਸੀਂ ਅਲੱਗ-ਅਲੱਗ ਸਲਾਈਡਾਂ 'ਤੇ ਵੀ ਲਾਗੂ ਕਰ ਸਕਦੇ ਹਾਂ। ਕਲਿੱਪ ਆਰਗੇਨਾਈਜ਼ਰ ਐਨੀਮੇਟਡ ਕਲਿੱਪ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਬਿਲਕੁਲ ਸਹੀ ਹੈ ਜੀ। ਐਨੀਮੇਟਡ ਕਲਿੱਪਸ ਹੈ ਜਿਹੜੇ
ਉਹ ਕਲਿੱਪ ਆਰਗੇਨਾਈਜ਼ਰ ਵਿੱਚ ਸਟੋਰ ਕੀਤੇ ਜਾਂਦੇ ਨੇ। ਅਸੀਂ ਸਲਾਈਡ ਦਾ ਬੈਕਗਰਾਉਂਡ ਕਲਰ ਬਦਲ ਸਕਦੇ ਹਾਂ। ਬਿਲਕੁਲ ਸਹੀ ਹੈ, ਅਸੀਂ ਜਦ ਚਾਹੀਏ ਸਲਾਈਡ ਦਾ ਬੈਕਗਰਾਉਂਡ ਕਲਰ ਹੈ ਜਿਹੜਾ ਆਪਣੀ ਲੋੜ ਅਨੁਸਾਰ ਬਦਲ ਸਕਦੇ ਹਾਂ। ਅਸੀਂ ਸਲਾਈਡ ਵਿੱਚ ਤਸਵੀਰ ਨਹੀਂ ਲਗਾ ਸਕਦੇ। ਕਿਉਂ ਨਹੀਂ ਲਗਾ ਸਕਦੇ? ਬਿਲਕੁਲ ਗਲਤ ਹੈ। ਅਸੀਂ ਸਲਾਈਡ ਵਿੱਚ ਜੋ ਚਾਹੀਏ ਤਸਵੀਰ ਲਗਾ ਸਕਦੇ ਹਾਂ। ਅਸੀਂ ਬੈਕਗਰਾਉਂਡ ਵਿੱਚ ਟੈਕਸਚਰ ਦੀ ਵਰਤੋਂ ਕਰ ਸਕਦੇ ਹਾਂ। ਬਿਲਕੁਲ ਸਹੀ ਹੈ ਜੀ, ਬੈਕਗਰਾਉਂਡ ਵਿੱਚ ਟੈਕਸਚਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵੀਡੀਓ ਨੂੰ ਪ੍ਰੈਜੈਂਟੇਸ਼ਨ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਬਿਲਕੁਲ ਸਹੀ ਹੈ, ਜਿਵੇਂ ਅਸੀਂ ਫੋਟੋਜ਼ ਵਗੈਰਾ ਦਾਖਲ ਕਰਦੇ ਹਾਂ ਇਸੇ ਤਰ੍ਹਾਂ ਹੀ ਵੀਡੀਓ ਨੂੰ ਵੀ ਪ੍ਰੈਜੈਂਟੇਸ਼ਨ ਦੇ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਐਕਸਲ ਵਿੱਚ ਕਰਮਚਾਰੀਆਂ ਦੀ ਤਨਖਾਹ ਬਣਾਈ ਜਾ ਸਕਦੀ ਹੈ। ਬਿਲਕੁਲ ਸਹੀ, ਐਕਸਲ ਦੇ ਵਿੱਚ ਅਸੀਂ ਕਰਮਚਾਰੀਆਂ ਦੀ ਤਨਖਾਹ ਵੀ ਬਣਾ ਸਕਦੇ ਹਾਂ। ਐਕਸਲ ਦੀ ਵਿੰਡੋ ਦੇ ਉੱਪਰਲੇ ਖੱਬੇ ਕੋਨੇ ਵਿੱਚ ਫਾਈਲ ਮੈਨੂ ਆਪਸ਼ਨ ਹੁੰਦੀ ਹੈ। ਬਿਲਕੁਲ ਸਹੀ। ਸਟੇਟਸ ਬਾਰ ਐਕਸਲ ਵਿੰਡੋ ਦੇ ਹੇਠਲੇ ਪਾਸੇ ਨਜ਼ਰ ਆਉਂਦੀ ਹੈ। ਇਹ ਵੀ ਬਿਲਕੁਲ ਸਹੀ ਹੈ ਜੀ, ਸਟੇਟਸ ਬਾਰ ਐਕਸਲ ਵਿੰਡੋ ਦੇ ਹੇਠਲੇ ਪਾਸੇ ਮੌਜੂਦ ਹੁੰਦੀ ਹੈ। ਵਰਕਸ਼ੀਟ ਵਿੱਚ ਰੋ ਅਤੇ ਕਾਲਮ ਹੁੰਦੇ ਹਨ। ਬਿਲਕੁਲ ਸਹੀ, ਵਰਕਸ਼ੀਟ ਰੋ ਅਤੇ ਕਾਲਮਾਂ ਤੋਂ ਮਿਲ ਕੇ ਬਣੀ ਹੁੰਦੀ ਹੈ। ਇੱਕ ਰੋ ਸੈੱਲਾਂ ਦੀ ਲੜੀ ਹੁੰਦੀ ਹੈ। ਬਿਲਕੁਲ ਸਹੀ ਹੈ ਜੀ, ਇੱਕ ਰੋ ਲੇਟਵੀਂ ਦਿਸ਼ਾ ਵਿੱਚ ਸੈੱਲਾਂ ਦੀ ਲੜੀ ਹੁੰਦੀ ਹੈ। ਖੜਵੀਂ ਦਿਸ਼ਾ ਵਿੱਚ ਸੈੱਲਾਂ ਦੀ ਲੜੀ ਨੂੰ ਕਾਲਮ ਕਿਹਾ ਜਾਂਦਾ ਹੈ। ਬਿਲਕੁਲ ਸਹੀ, ਖੜਵੀਂ ਦਿਸ਼ਾ ਵਿੱਚ ਸੈੱਲਾਂ ਦੀ ਲੜੀ ਨੂੰ ਅਸੀਂ ਕਾਲਮ ਕਹਿੰਦੇ ਹਾਂ। ਜਿਸ ਸੈੱਲ ਵਿੱਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ ਉਸ ਨੂੰ ਐਕਟਿਵ ਸੈੱਲ ਕਿਹਾ ਜਾਂਦਾ ਹੈ। ਇਹ ਵੀ ਬਿਲਕੁਲ ਸਹੀ ਹੈ। ਜਿਸ ਸੈੱਲ ਵਿੱਚ ਅਸੀਂ ਕੁਝ ਲਿਖ ਰਹੇ ਹੁੰਦੇ ਹਾਂ ਜਾਂ ਕੋਈ ਕੰਮ ਕਰ ਰਹੇ ਹੁੰਦੇ ਹਾਂ ਉਸ ਨੂੰ ਅਸੀਂ ਕਹਿੰਦੇ ਹਾਂ ਐਕਟਿਵ ਸੈੱਲ, ਅਤੇ ਇਸ ਦੇ ਆਲੇ ਦੁਆਲੇ ਇੱਕ ਬਾਰਡਰ ਸ਼ੋ ਹੋ ਰਿਹਾ ਹੁੰਦਾ ਹੈ। ਰਿਬਨ ਐਕਟਿਵ ਵਿੰਡੋ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ। ਬਿਲਕੁਲ ਗਲਤ ਹੈ ਜੀ, ਰਿਬਨ ਐਕਟਿਵ ਵਿੰਡੋ ਦੇ ਉੱਪਰਲੇ ਪਾਸੇ ਮੌਜੂਦ ਹੁੰਦਾ ਹੈ। 4 ਬਿਟਸ ਦੇ ਸਮੂਹ ਨੂੰ ਨਿਬਲ ਕਿਹਾ ਜਾਂਦਾ ਹੈ। ਇਹ ਬਿਲਕੁਲ ਸਹੀ ਹੈ, 4 ਬਿਟਸ ਤੋਂ ਮਿਲਾ ਕੇ ਇੱਕ ਨਿਬਲ ਬਣਦਾ ਹੈ। 8 ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। ਇਹ ਵੀ ਬਿਲਕੁਲ ਸਹੀ ਹੈ, 8 ਬਿਟਸ ਨੂੰ ਮਿਲਾ ਕੇ ਇੱਕ ਬਾਈਟ ਬਣਦਾ ਹੈ। ਮੈਮਰੀ ਦੀਆਂ 2 ਸ਼੍ਰੇਣੀਆਂ ਹਨ। ਬਿਲਕੁਲ ਸਹੀ ਹੈ ਜੀ, ਮੈਮਰੀ ਦੀਆਂ 2 ਸ਼੍ਰੇਣੀਆਂ ਨੇ, ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਮੁੱਖ ਮੈਮਰੀ ਕੈਸ਼ ਮੈਮਰੀ ਤੋਂ ਤੇਜ਼ ਹੁੰਦੀ ਹੈ। ਇਹ ਗਲਤ ਹੈ ਜੀ, ਕੈਸ਼ ਮੈਮਰੀ ਮੁੱਖ ਮੈਮਰੀ ਤੋਂ ਜ਼ਿਆਦਾ ਤੇਜ਼ ਹੁੰਦੀ ਹੈ। ਰੈਮ ਤੋਂ ਭਾਵ ਹੈ ਰੀਡ ਓਨਲੀ ਮੈਮਰੀ। ਬਿਲਕੁਲ ਗਲਤ, ਰੈਮ ਦਾ ਮਤਲਬ ਹੁੰਦਾ ਹੈ ਰੈਂਡਮ ਐਕਸੈਸ ਮੈਮਰੀ। AI ਜਨਰੇਸ਼ਨ ਵਿੱਚ ਰੋਬੋਟਿਕਸ, ਗੇਮ ਪਲੇਇੰਗ ਆਦਿ ਸ਼ਾਮਲ ਹਨ। ਬਿਲਕੁਲ ਸਹੀ, ਆਰਟੀਫਿਸ਼ੀਅਲ ਇੰਟੈਲੀਜੈਂਸ ਨਾਮ ਦੀ ਜੋ ਜਨਰੇਸ਼ਨ ਕੰਪਿਊਟਰ ਦੀ ਹੈ ਉਸ ਵਿੱਚ ਰੋਬੋਟਿਕਸ ਤੇ ਗੇਮ ਪਲੇਇੰਗ ਵਗੈਰਾ ਸ਼ਾਮਲ ਹਨ। ਹੁਣ ਆਪਾਂ ਦੇਖਦੇ ਹਾਂ ਪੂਰੇ ਨਾਮ ਯਾਨੀ ਕਿ ਫੁੱਲ ਫਾਰਮਸ। ਮੋਡਮ ਦਾ ਪੂਰਾ ਨਾਮ ਹੈ ਮਾਡੂਲੇਟਰ ਡੀਮੋਡੂਲੇਟਰ। TCP ਦਾ ਪੂਰਾ ਨਾਮ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। IP ਇੰਟਰਨੈਟ ਪ੍ਰੋਟੋਕੋਲ। ਰੈਮ ਰੈਂਡਮ ਐਕਸੈਸ ਮੈਮਰੀ। ROM ਰੀਡ ਓਨਲੀ ਮੈਮਰੀ। ISP ਇੰਟਰਨੈਟ ਸਰਵਿਸ ਪ੍ਰੋਵਾਈਡਰ। WWW ਵਰਲਡ ਵਾਈਡ ਵੈਬ। ISDN ਇੰਟੀਗ੍ਰੇਟਡ ਸਰਵਿਸਿਜ਼ ਡਿਜੀਟਲ ਨੈਟਵਰਕ। DSL ਡਿਜੀਟਲ ਸਬਸਕ੍ਰਾਈਬਰ ਲਾਈਨ। URL ਯੂਨੀਫਾਰਮ ਰਿਸੋਰਸ ਲੋਕੇਟਰ। E-commerce ਇਲੈਕਟ੍ਰੋਨਿਕ ਕਮਰਸ। ਈਮੇਲ ਇਲੈਕਟ੍ਰੋਨਿਕ ਮੇਲ। SRAM ਸਟੈਟਿਕ ਰੈਮ। PROM ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। EPROM erasable programmable read only memory। CPU ਸੈਂਟਰਲ ਪ੍ਰੋਸੈਸਿੰਗ ਯੂਨਿਟ। ਹੁਣ ਨੀਚੇ ਕੁਝ ਪਾਵਰ ਪੁਆਇੰਟ 'ਚ ਵਰਤੇ ਜਾਣ ਵਾਲੇ ਸ਼ਾਰਟਕਟਸ ਦਿੱਤੇ ਹੋਏ ਨੇ। ਜਿਵੇਂ ਕਿ ਪ੍ਰੈਜੈਂਟੇਸ਼ਨ ਨੂੰ ਖੋਲ੍ਹਣ ਲਈ ਅਸੀਂ ਕੀਬੋਰਡ ਤੋਂ Ctrl+O ਪ੍ਰੈਸ ਕਰਦੇ ਹਾਂ। ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ ਹੋਵੇ ਤਾਂ ਅਸੀਂ Ctrl+S ਪ੍ਰੈਸ ਕਰਦੇ ਹਾਂ। ਨਵੀਂ ਸਲਾਈਡ ਦਾਖਲ ਕਰਨ ਲਈ Ctrl+M।
ਨਵੀਂ ਪ੍ਰੈਜੈਂਟੇਸ਼ਨ ਖੋਲ੍ਹਣ ਲਈ Ctrl+N, ਪਾਵਰ ਪੁਆਇੰਟ ਨੂੰ ਬੰਦ ਕਰਨਾ ਹੋਵੇ ਤਾਂ ਅਸੀਂ Alt+F4 ਦੀ ਵਰਤੋਂ ਕਰਦੇ ਹਾਂ। ਭਾਗ ਆੜਾ ਦੇ ਪ੍ਰਸ਼ਨ 3-3 ਅੰਕ ਦੇ ਨੇ। ਪਹਿਲਾ ਪ੍ਰਸ਼ਨ ਹੈ, ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਦੱਸੋ। ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਟੇਬਲ ਦੇ ਕਿਸੇ ਸੈੱਲ ਨੂੰ 2 ਜਾਂ 2 ਤੋਂ ਜ਼ਿਆਦਾ ਭਾਗਾਂ ਵਿੱਚ ਵੰਡਣ ਲਈ ਕੀਤੀ ਜਾਂਦੀ ਹੈ। ਇਸ ਆਪਸ਼ਨ ਨਾਲ ਇੱਕ ਸੈੱਲ ਨੂੰ ਕਈ ਰੋਜ਼ ਜਾਂ ਕਾਲਮਾਂ ਵਿੱਚ ਵੰਡਿਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 2, ਕੋਈ ਇੱਕ ਤਰੀਕਾ ਦੱਸੋ ਜਿਸ ਦੁਆਰਾ ਕਾਲਮ ਦੀ ਚੌੜਾਈ ਬਦਲ ਸਕਦੇ ਹਾਂ। ਕਾਲਮ ਦੀ ਚੌੜਾਈ ਬਦਲਣ ਦੇ ਕਈ ਤਰੀਕੇ ਹਨ। ਮਾਊਸ ਦੀ ਸਹਾਇਤਾ ਨਾਲ ਕਾਲਮ ਦੀ ਚੌੜਾਈ ਆਸਾਨੀ ਨਾਲ ਬਦਲੀ ਜਾ ਸਕਦੀ ਹੈ। ਕਾਲਮ ਦੀ ਚੌੜਾਈ ਬਦਲਣ ਲਈ ਮਾਊਸ ਪੁਆਇੰਟਰ ਨੂੰ ਕਾਲਮ ਦੀ ਬਾਰਡਰ ਲਾਈਨ ਤੇ ਲੈ ਜਾਓ ਅਤੇ ਕਲਿੱਕ ਕਰਕੇ ਬਾਰਡਰ ਨੂੰ ਲੋੜੀਂਦੀ ਚੌੜਾਈ ਤੱਕ ਖਿੱਚੋ। ਫਿਰ ਮਾਊਸ ਬਟਨ ਛੱਡ ਦਿਓ। ਇਸ ਤਰ੍ਹਾਂ ਕਾਲਮ ਦੀ ਚੌੜਾਈ ਬਦਲ ਜਾਏਗੀ। ਮਰਜਡ ਸੈੱਲ ਆਪਸ਼ਨ ਦੀ ਵਰਤੋਂ ਦੱਸੋ। ਮਰਜਡ ਸੈੱਲ ਆਪਸ਼ਨ ਦੀ ਵਰਤੋਂ ਨਾਲ ਅਸੀਂ 2 ਜਾਂ 2 ਤੋਂ ਵੱਧ ਸੈੱਲਾਂ ਨੂੰ ਮਰਜ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ। ਪ੍ਰਸ਼ਨ ਨੰਬਰ 4, ਡਾਟਾ ਸੋਰਸ ਕੀ ਹੈ। ਡਾਟਾ ਸੋਰਸ MS ਵਰਡ ਵਿੱਚ ਵੱਖ-ਵੱਖ ਪਤਿਆਂ ਦੀ ਇੱਕ ਲਿਸਟ ਹੁੰਦੀ ਹੈ। ਇਸ ਦੀ ਵਰਤੋਂ ਮੇਲ ਮਰਜ ਆਪਸ਼ਨ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 5, ਮੁੱਖ ਡਾਕੂਮੈਂਟ ਕੀ ਹੁੰਦਾ ਹੈ। MS ਵਰਡ ਵਿੱਚ ਮੁੱਖ ਡਾਕੂਮੈਂਟ ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਹੁੰਦੀ ਹੈ। ਇਸ ਦੀ ਵਰਤੋਂ ਮੇਲ ਮਰਜ ਆਪਸ਼ਨ ਵਿੱਚ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 6, ਪਾਵਰ ਪੁਆਇੰਟ ਕੀ ਹੈ। ਪਾਵਰ ਪੁਆਇੰਟ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ। ਇਹ ਮਾਈਕਰੋਸਾਫਟ ਕੰਪਨੀ ਦਾ ਉਤਪਾਦ ਹੈ ਅਤੇ MS ਆਫਿਸ ਦਾ ਇੱਕ ਭਾਗ ਹੈ। ਪ੍ਰਸ਼ਨ ਨੰਬਰ 7, ਪ੍ਰੈਜੈਂਟੇਸ਼ਨ ਤੇ ਨੋਟ ਲਿਖੋ। ਤਾਂ ਇਸ ਦਾ ਉੱਤਰ ਹੈ, ਪ੍ਰੈਜੈਂਟੇਸ਼ਨ ਕਈ ਸਲਾਈਡਾਂ ਦਾ ਸਮੂਹ ਹੁੰਦਾ ਹੈ ਜੋ ਕਿਸੇ ਖਾਸ ਵਿਸ਼ੇ ਤੇ ਬਣੀ ਹੁੰਦੀ ਹੈ। ਪ੍ਰੈਜੈਂਟੇਸ਼ਨ ਵਿੱਚ ਪਿਕਚਰ, ਟੈਕਸਟ, ਗ੍ਰਾਫ, ਚਾਰਟ, ਐਨੀਮੇਸ਼ਨ ਆਦਿ ਹੋ ਸਕਦੇ ਹਨ। ਇਹ ਪਾਵਰ ਪੁਆਇੰਟ ਦੀ ਇੱਕ ਫਾਈਲ ਵਿੱਚ ਸੇਵ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 8, ਪ੍ਰੈਜੈਂਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਦੇ ਨਾਂ ਦੱਸੋ। ਇਸ ਦਾ ਉੱਤਰ ਹੈ, ਪ੍ਰੈਜੈਂਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕੇ ਹੇਠ ਲਿਖੇ ਹਨ। ਕਿਹੜੇ-ਕਿਹੜੇ ਤਰੀਕੇ ਨੇ ਪ੍ਰੈਜੈਂਟੇਸ਼ਨ ਤਿਆਰ ਕਰਨ ਦੇ। ਬਲੈਂਕ ਪ੍ਰੈਜੈਂਟੇਸ਼ਨ, ਥੀਮਸ, ਰੀਸੈਂਟ ਟੈਂਪਲੇਟ, ਮਾਈ ਟੈਂਪਲੇਟ, ਸੈਂਪਲ ਟੈਂਪਲੇਟ, ਨਿਊ ਫਰੋਮ ਐਗਜ਼ਿਸਟਿੰਗ। ਪ੍ਰਸ਼ਨ ਨੰਬਰ 9, ਐਨੀਮੇਸ਼ਨ ਕੀ ਹੈ। ਇਸ ਦਾ ਉੱਤਰ ਹੈ, ਐਨੀਮੇਸ਼ਨ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜੈਂਟੇਸ਼ਨ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਪਹਿਲਾਂ ਤੋਂ ਬਣੇ ਬਣਾਏ ਵਿਜ਼ੂਅਲ ਇਫੈਕਟਸ ਹੁੰਦੇ ਹਨ। ਪਾਵਰ ਪੁਆਇੰਟ ਵਿੱਚ ਇਹਨਾਂ ਨੂੰ ਕਿਸੇ ਵੀ ਵਸਤੂ ਤੇ ਲਗਾਇਆ ਜਾ ਸਕਦਾ ਹੈ। ਜਿਸ ਵਸਤੂ ਉੱਪਰ ਐਨੀਮੇਸ਼ਨ ਲਗਾਈ ਜਾਂਦੀ ਹੈ ਇਹ ਉਸ ਵਸਤੂ ਨੂੰ ਗਤੀਮਾਨ ਕਰ ਦਿੰਦੀ ਹੈ। ਪ੍ਰਸ਼ਨ ਨੰਬਰ 10, ਸਲਾਈਡ ਤੇ ਨੋਟ ਲਿਖੋ। ਇਸ ਦਾ ਉੱਤਰ ਹੈ, ਸਲਾਈਡ ਪਾਵਰ ਪੁਆਇੰਟ ਦੇ ਇੱਕ ਪੇਜ ਨੂੰ ਕਹਿੰਦੇ ਹਨ। ਇਸ ਪੇਜ ਤੇ ਹੋਰ ਆਬਜੈਕਟ ਦਿਖਾਏ ਜਾਂਦੇ ਹਨ। ਪ੍ਰੈਜੈਂਟੇਸ਼ਨ ਦਿਖਾਉਣ ਦੇ ਵਕਤ ਇੱਕ ਸਮੇਂ ਇੱਕ ਸਲਾਈਡ ਦਿਖਾਈ ਦਿੰਦੀ ਹੈ। ਕਈ ਸਾਰੀਆਂ ਸਲਾਈਡਾਂ ਮਿਲ ਕੇ ਇੱਕ ਪ੍ਰੈਜੈਂਟੇਸ਼ਨ ਬਣਾਉਂਦੀਆਂ ਹਨ। ਪ੍ਰਸ਼ਨ ਨੰਬਰ 11, ਸਲਾਈਡ ਦੀ ਦਿੱਖ ਨੂੰ ਬਦਲਣ ਲਈ ਵੱਖ-ਵੱਖ ਤਰੀਕਿਆਂ ਦੇ ਨਾਂ ਦੱਸੋ। ਸਲਾਈਡ ਦੀ ਦਿੱਖ ਨੂੰ ਬਦਲਣ ਲਈ ਹੇਠ ਲਿਖੇ ਤਰੀਕੇ ਵਰਤੇ ਜਾਂਦੇ ਹਨ। ਡਿਜ਼ਾਈਨ ਥੀਮ, ਕਲਰ ਸਕੀਮ ਤੇ ਬੈਕਗ੍ਰਾਉਂਡ ਸਟਾਈਲ ਆਦਿ। ਇਹਨਾਂ ਆਪਸ਼ਨਾਂ ਦੀ ਵਰਤੋਂ ਕਰਕੇ ਅਸੀਂ ਸਲਾਈਡ ਦੀ ਦਿੱਖ ਨੂੰ ਬਦਲ ਸਕਦੇ ਹਾਂ। ਪ੍ਰਸ਼ਨ ਨੰਬਰ 12, ਕਲਰ ਸਕੀਮ ਦੀ ਵਰਤੋਂ ਬਾਰੇ ਦੱਸੋ। ਇਸ ਦਾ ਉੱਤਰ ਹੈ, ਕਲਰ ਸਕੀਮ ਦੀ ਵਰਤੋਂ ਟੈਕਸਟ, ਲਾਈਨਾਂ, ਟਾਈਟਲ ਅਤੇ ਕਿਸੇ ਵੀ ਪ੍ਰਕਾਰ ਦੇ ਆਬਜੈਕਟ ਦਾ ਰੰਗ ਬਦਲਣ ਵਾਸਤੇ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਨਾਲ ਸਲਾਈਡ ਦੀ ਦਿੱਖ ਨੂੰ ਬਦਲਿਆ ਜਾ ਸਕਦਾ ਹੈ।
ਇਸ ਨਾਲ ਸਲਾਈਡ ਦਾ ਅਗਲਾ ਅਤੇ ਪਿਛਲਾ ਰੰਗ ਵੀ ਬਦਲਿਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 13, ਕਲਿੱਪ ਆਰਗੇਨਾਈਜ਼ਰ ਬਾਰੇ ਦੱਸੋ। ਇਸ ਦਾ ਉੱਤਰ ਹੈ ਕਲਿੱਪ ਆਰਗੇਨਾਈਜ਼ਰ ਦੀ ਵਰਤੋਂ ਪਾਵਰ ਪੁਆਇੰਟ ਵਿੱਚ ਵੱਖ-ਵੱਖ ਕਿਸਮਾਂ ਦੀਆਂ ਕਲਿੱਪਸ ਨੂੰ ਪ੍ਰਬੰਧਿਤ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿੱਚ ਵੱਖ-ਵੱਖ ਐਨੀਮੇਟਡ ਕਲਿੱਪਸ, ਵੀਡੀਓਜ਼, ਤਸਵੀਰਾਂ ਅਤੇ ਹੋਰ ਮੀਡੀਆ ਸਟੋਰ ਹੁੰਦੇ ਹਨ। ਇਹਨਾਂ ਦੀ ਵਰਤੋਂ ਪ੍ਰੈਜੈਂਟੇਸ਼ਨ ਬਣਾਉਣ ਲਈ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 14, ਥੀਮਸ ਕੀ ਹੁੰਦੇ ਹਨ। ਥੀਮਸ ਪਹਿਲਾਂ ਤੋਂ ਹੀ ਤਿਆਰ ਬੈਕਗ੍ਰਾਉਂਡ ਡਿਜ਼ਾਈਨ, ਟੈਕਸਟ, ਸਟਾਈਲ, ਕਲਰ ਆਦਿ ਹੁੰਦੇ ਹਨ। ਇਸ ਨੂੰ ਇੱਕ ਜਾਂ ਵੱਧ ਸਲਾਈਡਾਂ ਵਾਸਤੇ ਵਰਤਿਆ ਜਾਂਦਾ ਹੈ। ਇਹਨਾਂ ਦੀ ਵਰਤੋਂ ਨਾਲ ਸਲਾਈਡ ਦੀ ਦਿੱਖ ਨੂੰ ਬਦਲਿਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 15, ਪਾਵਰ ਪੁਆਇੰਟ ਵਿੱਚ ਦਾਖਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਆਬਜੈਕਟਸ ਦੇ ਨਾਂ ਦੱਸੋ। ਪਾਵਰ ਪੁਆਇੰਟ ਵਿੱਚ ਦਾਖਲ ਹੋਣ ਵਾਲੇ ਵੱਖ-ਵੱਖ ਤਰ੍ਹਾਂ ਦੇ ਆਬਜੈਕਟਸ ਦੇ ਨਾਂ ਹੇਠ ਲਿਖੇ ਅਨੁਸਾਰ ਹਨ। ਵਰਕਸ਼ੀਟ, ਬਿਟਮੈਪ, ਪਿਕਚਰ, ਕਲਿੱਪ ਆਰਟ ਆਦਿ। ਪ੍ਰਸ਼ਨ ਨੰਬਰ 16, MS ਐਕਸਲ ਦੇ ਵੱਖ-ਵੱਖ ਇਸਤੇਮਾਲ ਦੱਸੋ। MS ਐਕਸਲ ਦੇ ਹੇਠ ਲਿਖੇ ਇਸਤੇਮਾਲ ਹਨ। ਐਕਸਲ ਵਿੱਚ ਅਸੀਂ ਗਣਨਾਵਾਂ ਕਰ ਸਕਦੇ ਹਾਂ। ਐਕਸਲ ਦੀ ਵਰਤੋਂ ਡਾਟੇ ਨੂੰ ਚਾਰਟ ਰੂਪ ਦੇਣ ਵਾਸਤੇ ਕੀਤੀ ਜਾਂਦੀ ਹੈ। ਐਕਸਲ ਦੀ ਵਰਤੋਂ ਸਕੂਲ ਟਾਈਮ ਟੇਬਲ ਬਣਾਉਣ ਵਾਸਤੇ ਕੀਤੀ ਜਾ ਸਕਦੀ ਹੈ। ਇਸ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਬਣਾਈਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਦਾ ਰਿਜ਼ਲਟ ਤਿਆਰ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 17, MS ਐਕਸਲ ਵਿੰਡੋ ਦੇ ਭਾਗਾਂ ਦੀ ਸੂਚੀ ਬਣਾਓ। MS ਐਕਸਲ ਵਿੰਡੋ ਦੇ ਭਾਗਾਂ ਦੀ ਸੂਚੀ ਇਸ ਤਰ੍ਹਾਂ ਹੈ। ਟਾਈਟਲ ਬਾਰ, ਕੁਇਕ ਐਕਸੈਸ ਬਾਰ, ਟੈਬਸ, ਰਿਬਨ, ਐਡਰੈਸ ਬਾਰ, ਫਾਰਮੂਲਾ ਬਾਰ, ਵਰਕ ਏਰੀਆ, ਸਟੇਟਸ ਬਾਰ ਤੇ ਸਕਰੋਲ ਬਾਰ। ਪ੍ਰਸ਼ਨ ਨੰਬਰ 18, ਫਾਰਮੂਲਾ ਬਾਰ ਨੂੰ ਬਿਆਨ ਕਰੋ। ਫਾਰਮੂਲਾ ਬਾਰ ਰਿਬਨ ਦੇ ਹੇਠਾਂ ਹੁੰਦਾ ਹੈ। ਇਸ ਵਿੱਚ ਮੌਜੂਦਾ ਸੈੱਲ ਦੇ ਕੰਟੈਂਟ ਦਿਖਾਈ ਦਿੰਦੇ ਹਨ। ਇਸ ਦੀ ਵਰਤੋਂ ਨਾਲ ਸੈੱਲ ਕੰਟੈਂਟ ਠੀਕ ਕਰਨ ਅਤੇ ਨਵਾਂ ਕੰਟੈਂਟ ਜਾਂ ਫਾਰਮੂਲਾ ਦਾਖਲ ਕਰਨ ਵਾਸਤੇ ਕੀਤੀ ਜਾ ਸਕਦੀ ਹੈ। ਪ੍ਰਸ਼ਨ 19, MS ਐਕਸਲ ਵਿੱਚ ਐਕਟਿਵ ਸੈੱਲ ਕੀ ਹੁੰਦਾ ਹੈ। ਇਸ ਦਾ ਉੱਤਰ ਹੈ ਐਕਟਿਵ ਸੈੱਲ ਨੂੰ ਮੌਜੂਦਾ ਸੈੱਲ ਕਿਹਾ ਜਾਂਦਾ ਹੈ। MS ਐਕਸਲ ਵਿੱਚ ਐਕਟਿਵ ਸੈੱਲ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਕੰਮ ਕਰ ਰਹੇ ਹੁੰਦੇ ਹਾਂ। ਇਹ ਗੂੜੇ ਰੰਗ ਦਾ ਆਇਤਾਕਾਰ ਬਾਕਸ ਹੁੰਦਾ ਹੈ। ਪ੍ਰਸ਼ਨ ਨੰਬਰ 20, ਐਕਸਲ ਦੀ ਵਰਕਬੁੱਕ ਵਿੱਚ ਨਵੀਂ ਵਰਕਸ਼ੀਟ ਕਿਵੇਂ ਦਾਖਲ ਕੀਤੀ ਜਾਂਦੀ ਹੈ। ਐਕਸਲ ਦੀ ਵਰਕਬੁੱਕ ਵਿੱਚ ਨਵੀਂ ਵਰਕਸ਼ੀਟ ਦਾਖਲ ਕਰਨ ਦਾ ਸਟੈਪ ਹੇਠ ਲਿਖੇ ਅਨੁਸਾਰ ਹੈ। ਕੀਬੋਰਡ ਤੋਂ Shift+F11 ਕੀ ਦਬਾਓ। ਇਸ ਨਾਲ ਸਾਡੀ ਵਰਕਬੁੱਕ ਵਿੱਚ ਇੱਕ ਨਵੀਂ ਵਰਕਸ਼ੀਟ ਦਾਖਲ ਹੋ ਜਾਏਗੀ। ਪ੍ਰਸ਼ਨ ਨੰਬਰ 21, ਮੈਮਰੀ ਦੇ ਭਾਗਾਂ ਦੇ ਨਾਮ ਦੱਸੋ। ਮੈਮਰੀ ਦੇ ਭਾਗਾਂ ਦੇ ਨਾਮ ਹਨ ਸੈੱਲ, ਟਰੈਕਸ, ਸੈਕਟਰ ਤੇ ਸਿਲੰਡਰ। ਪ੍ਰਸ਼ਨ ਨੰਬਰ 22, ਰੋਮ ਦੇ ਵੱਖ-ਵੱਖ ਭਾਗਾਂ ਦੇ ਨਾਮ ਲਿਖੋ। ਰੋਮ ਦੀਆਂ ਕਿਸਮਾਂ ਨੇ ਐਮਰੋਮ, ਪੀਰੋਮ, ਈਪੀਰੋਮ ਤੇ EEPROM। ਪ੍ਰਸ਼ਨ ਨੰਬਰ 23, ਪਹਿਲੀ ਜਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਤਾਂ ਪਹਿਲੀ ਜਨਰੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਨੰਬਰ 1, ਵੈਕਿਊਮ ਟਿਊਬਾਂ ਅਤੇ ਇਲੈਕਟ੍ਰੋਮੈਗਨੈਟਿਕ ਰਿਲੇ ਮੈਮਰੀ ਅਤੇ 5 ਕਾਰਡ ਸੈਕੰਡਰੀ ਮੈਮਰੀ ਵਜੋਂ ਵਰਤੇ ਜਾਂਦੇ ਸਨ। ਇਹਨਾਂ ਵਿੱਚ ਮਸ਼ੀਨ ਤੇ ਅਸੈਂਬਲੀ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹਨਾਂ ਕੰਪਿਊਟਰਾਂ ਦਾ ਆਕਾਰ ਵੱਡਾ ਸੀ। ਇਹ ਬਹੁਤ ਗਰਮੀ ਪੈਦਾ ਕਰਦੇ ਸਨ। ਇਹ ਸਿਸਟਮ ਜ਼ਿਆਦਾ ਭਰੋਸੇਯੋਗ ਨਹੀਂ ਸਨ। ਇਹ ਮਹਿੰਗੇ ਅਤੇ ਇਸਤੇਮਾਲ ਕਰਨ ਵਿੱਚ ਮੁਸ਼ਕਿਲ ਸਨ। ਪ੍ਰਸ਼ਨ ਨੰਬਰ 24, ਚੌਥੀ ਜਨਰੇਸ਼ਨ ਦੇ ਕੰਪਿਊਟਰ ਸਿਸਟਮਾਂ ਦੇ ਨਾਮ ਦੱਸੋ। ਚੌਥੀ ਜਨਰੇਸ਼ਨ ਦੇ ਕੰਪਿਊਟਰ ਸਿਸਟਮਾਂ ਦੇ ਨਾਮ ਹਨ
IBM PC, Apple II, Cray 1, Cray 2, Cray X और MP। प्रश्न नंबर 25, AI ਵਿੱਚ ਸ਼ਾਮਲ ਖੇਤਰਾਂ ਬਾਰੇ ਦੱਸੋ। AI ਦਾ ਪੂਰਾ ਨਾਮ ਹੁੰਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਇਸ ਵਿੱਚ ਇਹ ਵਾਲੇ ਖੇਤਰ ਸ਼ਾਮਲ ਨੇ। ਨੰਬਰ 1 ਰੋਬੋਟਿਕਸ, ਨੰਬਰ 2 ਗੇਮ ਪਲੇਇੰਗ, ਨੰਬਰ 3 ਐਕਸਪਰਟ ਸਿਸਟਮ, ਨੰਬਰ 4 ਮਨੁੱਖੀ ਭਾਸ਼ਾਵਾਂ ਨੂੰ ਸਮਝਣਾ। ਹੁਣ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ ਨੀਚੇ ਦਿੱਤੇ ਹੋਏ ਨੇ। ਪਹਿਲਾ ਪ੍ਰਸ਼ਨ ਹੈ, ਮੋਡਮ ਕੀ ਹੈ। ਮੋਡਮ ਦਾ ਪੂਰਾ ਨਾਮ ਮਾਡੂਲੇਟਰ ਡੀਮਾਡੂਲੇਟਰ ਹੈ। ਇਹ ਇੱਕ ਸੰਚਾਰ ਯੰਤਰ ਹੈ। ਇਸ ਦੀ ਵਰਤੋਂ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਅਤੇ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਇੰਟਰਨੈਟ ਚਲਾਉਣ ਲਈ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 2, ਇੰਟਰਨੈਟ ਦੀਆਂ ਸੇਵਾਵਾਂ ਦੇ ਨਾਮ ਦੱਸੋ। ਇੰਟਰਨੈਟ ਦੀਆਂ ਸੇਵਾਵਾਂ ਹਨ ਈਮੇਲ, ਚੈਟਿੰਗ, ਈ-ਕਮਰਸ, ਸਰਚਿੰਗ, ਵੀਡੀਓ ਕਾਨਫਰੰਸਿੰਗ ਤੇ ਡਾਊਨਲੋਡਿੰਗ। ਪ੍ਰਸ਼ਨ ਨੰਬਰ 3, ਸਰਚਿੰਗ ਤੋਂ ਕੀ ਭਾਵ ਹੈ। ਸਰਚਿੰਗ ਦਾ ਅਰਥ ਹੈ ਜਾਣਕਾਰੀ ਨੂੰ ਲੱਭਣਾ। ਸਰਚਿੰਗ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਸਾਨੂੰ ਸਰਚ ਕੀਤੀ ਜਾਣ ਵਾਲੀ ਜਾਣਕਾਰੀ ਦੇ ਵੈਬ ਪੇਜਾਂ ਦਾ URL ਪਤਾ ਨਹੀਂ ਹੁੰਦਾ। ਸਰਚਿੰਗ ਵਾਸਤੇ ਸਰਚ ਇੰਜਨ ਦੀ ਵਰਤੋਂ ਜ਼ਰੂਰੀ ਹੈ। ਪ੍ਰਸ਼ਨ ਨੰਬਰ 4, ਆਫਲਾਈਨ ਤੋਂ ਕੀ ਭਾਵ ਹੈ। ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਨਾ ਜੁੜੇ ਹੋਣਾ। ਆਫਲਾਈਨ ਵਿੱਚ ਫਾਈਲਾਂ ਇੰਟਰਨੈਟ ਦੀ ਵਰਤੋਂ ਬਿਨਾਂ ਕੰਪਿਊਟਰ ਉੱਪਰ ਹੀ ਖੋਲ੍ਹੀਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 5, ਪਾਵਰ ਪੁਆਇੰਟ ਵਿੱਚ ਉਪਲਬਧ ਵੱਖ-ਵੱਖ ਵਿਊ ਦੇ ਨਾਂ ਲਿਖੋ। ਪਾਵਰ ਪੁਆਇੰਟ ਵਿੱਚ ਸਲਾਈਡਾਂ ਦੇਖਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਵਿਊ ਕਹਿ ਦਿੰਦੇ ਹਾਂ। ਤੇ ਪਾਵਰ ਪੁਆਇੰਟ ਵਿੱਚ ਇਹ 5 ਵਿਊ ਉਪਲਬਧ ਨੇ। ਪਹਿਲਾ ਵਿਊ ਹੈ ਨਾਰਮਲ ਵਿਊ, ਦੂਸਰਾ ਸਲਾਈਡ ਸ਼ਾਰਟਰ ਵਿਊ, ਤੀਸਰਾ ਨੋਟਸ ਵਿਊ, ਚੌਥਾ ਰੀਡਿੰਗ ਵਿਊ ਤੇ ਪੰਜਵਾਂ ਹੈ ਮਾਸਟਰ ਵਿਊ। ਪ੍ਰਸ਼ਨ ਨੰਬਰ 6, ਲੇਆਊਟ ਨੂੰ ਪਰਿਭਾਸ਼ਿਤ ਕਰੋ। ਇਹ ਇੱਕ ਸਧਾਰਨ ਡਿਜ਼ਾਈਨ ਹੁੰਦਾ ਹੈ। ਲੇਆਊਟ ਸਲਾਈਡ ਉੱਪਰ ਵੱਖ-ਵੱਖ ਆਬਜੈਕਟਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ। ਪਾਵਰ ਪੁਆਇੰਟ ਸਾਨੂੰ ਆਸਾਨੀ ਨਾਲ ਸਲਾਈਡਾਂ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਲੇਆਊਟ ਪ੍ਰਦਾਨ ਕਰਦਾ ਹੈ। ਕਿਸੇ ਸਲਾਈਡ ਦੇ ਲੇਆਊਟ ਉੱਪਰ ਟਾਈਟਲ, ਟੇਬਲ, ਚਾਰਟ, ਕਲਿੱਪ ਆਰਟ, ਸਮਾਰਟ ਆਰਟ, ਤਸਵੀਰਾਂ ਆਦਿ ਹੋ ਸਕਦੇ ਹਨ। ਪ੍ਰਸ਼ਨ ਨੰਬਰ 7, ਸਲਾਈਡ ਟ੍ਰਾਂਜੀਸ਼ਨ ਕੀ ਹੁੰਦੀ ਹੈ। ਪ੍ਰੈਜੈਂਟੇਸ਼ਨ ਦੌਰਾਨ ਇੱਕ ਸਲਾਈਡ ਤੋਂ ਬਾਅਦ ਦੂਜੀ ਸਲਾਈਡ ਆਉਣ ਵੇਲੇ ਜੋ ਵਿਜ਼ੂਅਲ ਇਫੈਕਟ ਵਰਤੇ ਜਾਂਦੇ ਹਨ, ਉਹਨਾਂ ਨੂੰ ਸਲਾਈਡ ਟ੍ਰਾਂਜੀਸ਼ਨ ਕਿਹਾ ਜਾਂਦਾ ਹੈ। ਪਾਵਰ ਪੁਆਇੰਟ ਸਾਨੂੰ ਸਲਾਈਡ ਟ੍ਰਾਂਜੀਸ਼ਨ ਲਈ ਵੱਖ-ਵੱਖ ਕਿਸਮਾਂ ਦੇ ਵਿਜ਼ੂਅਲ ਇਫੈਕਟਸ ਪ੍ਰਦਾਨ ਕਰਦਾ ਹੈ। ਪ੍ਰੈਜੈਂਟੇਸ਼ਨ ਵਿੱਚ ਸਲਾਈਡ ਟ੍ਰਾਂਜੀਸ਼ਨ ਲਗਾਉਣ ਲਈ ਟ੍ਰਾਂਜੀਸ਼ਨਸ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 8, ਪਾਵਰ ਪੁਆਇੰਟ ਵਿੱਚ ਵੀਡੀਓ ਦਾਖਲ ਕਰਨ ਦੇ 3 ਤਰੀਕੇ ਕਿਹੜੇ ਹਨ। ਪਾਵਰ ਪੁਆਇੰਟ ਵਿੱਚ ਵੀਡੀਓ ਦਾਖਲ ਕਰਨ ਦੇ 3 ਤਰੀਕੇ ਹਨ, ਕਲਿੱਪ ਆਰਟ ਵੀਡੀਓ, ਵੀਡੀਓ ਫਰੋਮ ਵੈਬਸਾਈਟ ਤੇ ਵੀਡੀਓ ਫਰੋਮ ਫਾਈਲ। ਪ੍ਰਸ਼ਨ ਨੰਬਰ 9, ਟਰੈਕਸ ਕੀ ਹੁੰਦੇ ਹਨ। ਕਿਸੇ ਵੀ ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿੱਚ ਵੰਡਿਆ ਹੁੰਦਾ ਹੈ। ਇਹਨਾਂ ਚੱਕਰਾਂ ਨੂੰ ਟਰੈਕਸ ਕਿਹਾ ਜਾਂਦਾ ਹੈ। ਇਹਨਾਂ ਟਰੈਕਸ ਨੂੰ 0 ਤੋਂ ਸ਼ੁਰੂ ਕਰਕੇ ਨੰਬਰ ਦਿੱਤੇ ਜਾਂਦੇ ਹਨ ਤੇ ਇਹਨਾਂ ਟਰੈਕਸ ਦੀ ਗਿਣਤੀ ਵੱਖ-ਵੱਖ ਪ੍ਰਕਾਰ ਦੀਆਂ ਡਿਸਕਾਂ ਵਿੱਚ ਵੱਧ ਘੱਟ ਹੋ ਸਕਦੀ ਹੈ। ਪ੍ਰਸ਼ਨ ਨੰਬਰ 10, ਸੈਕਟਰ ਕੀ ਹੁੰਦੇ ਹਨ। ਕਿਸੇ ਵੀ ਡਿਸਕ ਵਿੱਚ ਕਈ ਟਰੈਕ ਹੁੰਦੇ ਹਨ। ਹਰ ਟਰੈਕ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਹਨਾਂ ਹਿੱਸਿਆਂ ਨੂੰ ਸੈਕਟਰ ਕਿਹਾ ਜਾਂਦਾ ਹੈ। ਹਰ ਇੱਕ ਟਰੈਕ ਵਿੱਚ 8 ਜਾਂ ਉਸ ਤੋਂ ਵੱਧ ਸੈਕਟਰ ਹੋ ਸਕਦੇ ਹਨ। ਹਰੇਕ ਸੈਕਟਰ ਵਿੱਚ 512 ਬਾਈਟਸ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ। ਹੁਣ ਆ ਗਏ ਜੀ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਜਿਨ੍ਹਾਂ ਦੇ 5-5 ਅੰਕ ਹੋਣਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਮੋਡਮ ਕੀ ਹੈ। ਮੋਡਮ ਦੀਆਂ ਕਿਸਮਾਂ ਅਤੇ ਰਫ਼ਤਾਰ ਬਾਰੇ ਦੱਸੋ। ਇਸ ਦਾ ਉੱਤਰ ਹੈ, ਮੋਡਮ ਦਾ ਪੂਰਾ ਨਾਮ ਮਾਡੂਲੇਟਰ ਡੀਮਾਡੂਲੇਟਰ ਹੈ। ਇਹ ਇੱਕ ਸੰਚਾਰ ਯੰਤਰ ਹੈ। ਇਸ ਦੀ ਵਰਤੋਂ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਤੇ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਇੰਟਰਨੈਟ ਚਲਾਉਣ ਲਈ ਕੀਤੀ ਜਾਂਦੀ ਹੈ। ਮੋਡਮ ਦੀਆਂ 2 ਕਿਸਮਾਂ ਹੁੰਦੀਆਂ ਨੇ। ਇੱਕ ਹੈਗਾ ਅੰਦਰੂਨੀ ਮੋਡਮ। ਇਹ ਸਿਸਟਮ ਯੂਨਿਟ ਦੇ ਅੰਦਰ ਲੱਗਿਆ ਹੁੰਦਾ ਹੈ। ਇਸ ਦੀ ਰਫ਼ਤਾਰ ਬਾਹਰੀ ਮੋਡਮ ਦੇ ਮੁਕਾਬਲੇ ਘੱਟ ਹੁੰਦੀ ਹੈ।
ਬਾਹਰੀ ਮੋਡਮ। ਇਹ ਇੱਕ ਵੱਖਰਾ ਯੰਤਰ ਹੈ। ਇਸ ਦੀ ਰਫ਼ਤਾਰ ਅੰਦਰੂਨੀ ਮੋਡਮ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਆਮ ਤੌਰ 'ਤੇ ਮੋਡਮ ਦੀ ਰਫ਼ਤਾਰ 56 kbps ਹੁੰਦੀ ਹੈ। ਪ੍ਰਸ਼ਨ ਨੰਬਰ 2, ਨੈਟਵਰਕ ਅਤੇ ਇੰਟਰਨੈਟ ਦੁਆਰਾ ਕੀਤੇ ਜਾਂਦੇ ਕੰਮਾਂ ਬਾਰੇ ਦੱਸੋ। ਤਾਂ ਇੰਟਰਨੈਟ ਦੁਆਰਾ ਜੋ ਕੰਮ ਕੀਤੇ ਜਾਂਦੇ ਨੇ ਉਹ ਹਨ, ਇੰਟਰਨੈਟ ਦੀ ਵਰਤੋਂ ਨਾਲ ਅਸੀਂ ਦੁਨੀਆ ਭਰ ਦੀਆਂ ਖਬਰਾਂ ਦੇਖ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਆਪਣਾ ਮਨੋਰੰਜਨ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਘਰ ਬੈਠੇ ਖਰੀਦਦਾਰੀ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਸਿਹਤ ਅਤੇ ਤੰਦਰੁਸਤੀ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਘਰ ਬੈਠੇ ਰੇਲਵੇ, ਜਹਾਜ਼ਾਂ ਆਦਿ ਦੀਆਂ ਟਿਕਟਾਂ ਬੁੱਕ ਕਰ ਸਕਦੇ ਹਾਂ। ਇੰਟਰਨੈਟ ਦੀ ਵਰਤੋਂ ਨਾਲ ਅਸੀਂ ਸੋਸ਼ਲ ਨੈਟਵਰਕਿੰਗ ਸਾਈਟਾਂ ਦੀ ਮਦਦ ਨਾਲ ਲੋਕਾਂ ਨਾਲ ਸੰਚਾਰ ਵੀ ਕਰ ਸਕਦੇ ਹਾਂ। ਪ੍ਰਸ਼ਨ ਨੰਬਰ 3 ਹੈ, ਇੰਟਰਨੈਟ ਦੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਦੱਸੋ। ਤਾਂ ਇੰਟਰਨੈਟ ਦੀਆਂ ਮੁੱਖ ਸੇਵਾਵਾਂ ਇਸ ਤਰ੍ਹਾਂ ਨੇ। ਨੰਬਰ 1, ਈਮੇਲ। ਇੰਟਰਨੈਟ ਦੀ ਵਰਤੋਂ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਸੰਦੇਸ਼ ਪਹੁੰਚਾਉਣ ਦੀ ਸੁਵਿਧਾ ਹੈ ਈਮੇਲ। ਨੰਬਰ 2, ਚੈਟਿੰਗ। ਇੰਟਰਨੈਟ ਦੀ ਵਰਤੋਂ ਨਾਲ ਗੱਲਬਾਤ ਕਰਨ ਦੀ ਸੁਵਿਧਾ ਨੂੰ ਚੈਟਿੰਗ ਕਿਹਾ ਜਾਂਦਾ ਹੈ। ਈ-ਕਮਰਸ। ਇੰਟਰਨੈਟ ਦੀ ਵਰਤੋਂ ਨਾਲ ਵਪਾਰ ਕਰਨ ਦੀ ਸੁਵਿਧਾ ਨੂੰ ਈ-ਕਮਰਸ ਕਹਿੰਦੇ ਆ। ਸਰਚਿੰਗ। ਇੰਟਰਨੈਟ ਉੱਪਰ ਜਾਣਕਾਰੀ ਲੱਭਣ ਦੀ ਸੁਵਿਧਾ ਨੂੰ ਸਰਚਿੰਗ ਕਿਹਾ ਜਾਂਦਾ ਹੈ। ਵੀਡੀਓ ਕਾਨਫਰੰਸਿੰਗ। ਇਹ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਵੈਬ ਕੈਮਰੇ ਦੀ ਮਦਦ ਨਾਲ ਗੱਲਬਾਤ ਕਰਨ ਦੀ ਸੁਵਿਧਾ ਹੁੰਦੀ ਹੈ। ਡਾਊਨਲੋਡਿੰਗ। ਇਹ ਇੰਟਰਨੈਟ ਤੋਂ ਵੱਖ-ਵੱਖ ਕਿਸਮਾਂ ਦੀਆਂ ਫਾਈਲਾਂ ਆਪਣੇ ਕੰਪਿਊਟਰ ਉੱਪਰ ਲਿਆਉਣ ਦੀ ਸੁਵਿਧਾ ਹੁੰਦੀ ਹੈ। ਪ੍ਰਸ਼ਨ ਨੰਬਰ 4, ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਦੱਸੋ। ਆਨਲਾਈਨ ਰਿਜ਼ਲਟ ਦੇਖਣ ਦਾ ਤਰੀਕਾ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਕੋਈ ਵੀ ਵੈਬ ਬਰਾਊਜ਼ਰ ਓਪਨ ਕਰ ਲਓ। ਐਡਰੈਸ ਬਾਰ ਵਿੱਚ ਰਿਜ਼ਲਟ ਵਾਲੀ ਵੈਬਸਾਈਟ ਦਾ URL ਟਾਈਪ ਕਰੋ। ਰਿਜ਼ਲਟ ਦੇਖਣ ਵਾਲੀ ਜਮਾਤ ਅਤੇ ਸੈਸ਼ਨ ਦੀ ਚੋਣ ਕਰ ਲਓ। ਪੁੱਛੀ ਗਈ ਜਾਣਕਾਰੀ, ਰੋਲ ਨੰਬਰ, ਵਿਦਿਆਰਥੀ ਦਾ ਨਾਂ ਆਦਿ ਭਰ ਦਿਓ। ਸਰਚ ਰਿਜ਼ਲਟ ਉੱਤੇ ਕਲਿੱਕ ਕਰ ਦਿਓ। ਪ੍ਰਸ਼ਨ ਨੰਬਰ 5, ਸਰਫਿੰਗ ਅਤੇ ਸਰਚਿੰਗ ਵਿੱਚ ਕੀ ਫਰਕ ਹੈ। ਸਰਫਿੰਗ ਦਾ ਅਰਥ ਹੁੰਦਾ ਹੈ ਕਿਸੇ ਵੈਬਸਾਈਟ ਨੂੰ ਦੇਖਣਾ, ਜਦਕਿ ਸਰਚਿੰਗ ਦਾ ਅਰਥ ਹੈ ਜਾਣਕਾਰੀ ਲੱਭਣਾ। ਇਹ ਸਰਚਿੰਗ ਤੋਂ ਬਾਅਦ ਲੋੜੀਂਦੀ ਵੈਬਸਾਈਟ ਦੇਖਣ ਦੀ ਪ੍ਰਕਿਰਿਆ ਹੈ, ਜਦਕਿ ਸਰਚਿੰਗ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਸਾਨੂੰ ਸਰਚ ਕੀਤੀ ਜਾਣ ਵਾਲੀ ਜਾਣਕਾਰੀ ਦੇ ਵੈਬ ਪੇਜਾਂ ਦਾ URL ਪਤਾ ਨਹੀਂ ਹੁੰਦਾ। ਸਰਫਿੰਗ ਵਾਸਤੇ ਸਰਚ ਇੰਜਨ ਦੀ ਵਰਤੋਂ ਜ਼ਰੂਰੀ ਨਹੀਂ ਹੈ। ਸਰਚਿੰਗ ਵਾਸਤੇ ਸਰਚ ਇੰਜਨ ਦੀ ਵਰਤੋਂ ਜ਼ਰੂਰੀ ਹੈ। ਪ੍ਰਸ਼ਨ ਨੰਬਰ 6, ਆਨਲਾਈਨ ਤੇ ਆਫਲਾਈਨ ਵਿੱਚ ਕੀ ਫਰਕ ਹੈ। ਆਨਲਾਈਨ ਦਾ ਅਰਥ ਹੁੰਦਾ ਹੈ ਇੰਟਰਨੈਟ ਨਾਲ ਜੁੜੇ ਹੋਣਾ, ਜਦਕਿ ਆਫਲਾਈਨ ਦਾ ਅਰਥ ਹੈ ਇੰਟਰਨੈਟ ਨਾਲ ਨਾ ਜੁੜੇ ਹੋਣਾ। ਆਨਲਾਈਨ ਵਿੱਚ ਫਾਈਲਾਂ ਇੰਟਰਨੈਟ ਦੀ ਵਰਤੋਂ ਨਾਲ ਵੈਬ ਸਰਵਰ ਉੱਪਰ ਖੋਲ੍ਹੀਆਂ ਜਾਂਦੀਆਂ ਹਨ। ਆਫਲਾਈਨ ਵਿੱਚ ਫਾਈਲਾਂ ਇੰਟਰਨੈਟ ਦੀ ਵਰਤੋਂ ਬਿਨਾਂ ਕੰਪਿਊਟਰ ਉੱਪਰ ਹੀ ਖੋਲ੍ਹੀਆਂ ਜਾਂਦੀਆਂ ਹਨ। ਪ੍ਰਸ਼ਨ ਨੰਬਰ 7, ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਦੀ ਵਿਆਖਿਆ ਕਰੋ। ਇਨਫੋਰਮੇਸ਼ਨ ਟੈਕਨੋਲੋਜੀ ਦੇ ਜ਼ਰੂਰਤ ਦੇ ਕਾਰਨ ਹੇਠ ਲਿਖੇ ਹਨ। ਪਹਿਲਾ ਕਾਰਨ ਹੈ ਜੀ, ਵਪਾਰ ਤੇ ਉਦਯੋਗਾਂ ਲਈ। ਵਪਾਰ ਤੇ ਉਦਯੋਗਾਂ ਵਿੱਚ ਕੰਮਕਾਰ ਨੂੰ ਸੌਖਾ ਕਰਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਪਈ। ਘਰਾਂ ਵਿੱਚ ਸਿੱਖਿਆ, ਸੰਚਾਰ ਤੇ ਮਨੋਰੰਜਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਜ਼ਰੂਰਤ ਪੈਂਦੀ ਹੈ। ਸਿਖਲਾਈ ਲਈ ਸਕੂਲਾਂ, ਕਾਲਜਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਲਈ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵੀਡੀਓ ਨੂੰ ਇੰਨੇ ਪਿਆਰ ਨਾਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦਿਆਰਥੀਆਂ ਦੀ ਪੂਰੀ ਤਿਆਰੀ ਹੋ ਸਕੇਗੀ ਤੇ ਪ੍ਰੀਖਿਆ ਵਿੱਚ ਵਧੀਆ ਨੰਬਰ ਅਚੀਵ ਕਰ ਸਕਣਗੇ।